सूरमा अब जूझण को दाव। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। संता मानो दूतां डानो ए पटवारी मेरी। दिवस रैन तेरे पांव पलोसों केस चवर कर फेरी। हम कूकर तेरे दरबार भौंकै आ गए बदन पसार। हम कूकर तेरे दरबार भौंकै आ गए बदन पसार। रहाओ पूर्व जन्म हम तुमरे सेवक अब तो मिटया ना जाई। तेरे द्वारे धुन सहज की माथै मेरे दगाई। दागे होए सुरन में जूझै बिन दागे भग जाई। साधु होए सो भगत पछानै हर लय खजाने पाई। कोठ रह मैं कोठरी परम कोठी विचार। गुर दीनी बस्त कबीर कौ लेवो वस्त समार। कबीर दी संसार को लीनी जिस मस्तक भाग। अमृत रस जिन पाया थिर तांका सुहाग। अमृत रस जिन पाया थिर तांका सुहाग। परम सन्मानयोग गुरु प्यारी साध संगत जीओ, हफ्तावारी दिन दे गुरमत समागम की बहुत प्यार नाल आपां सारे हाज़री भर रहे हाँ। अज सिख कौम के महान जरनैल बादशाह अति सत्कारयोग बाबा बंदा सिंह बहादुर मूल नानकशाही कैलेंडर अनुसार अज उन्हां दा शहीदी दिहाड़ा है। जिहड़ियां भी गुरुद्वारा साहिब दीयां प्रबंधक कमेटियां मूल नानकशाही कैलेंडर नूं समर्पित ने वो अज के दिन इस महान योधे नूं अते अनेकां गुरु के प्यारे सिखां नूं गुरु की गोद विच बैठ के जिथे याद कर रहे हैं उत्थे उन्हां वल्लों विखाई गई दृढ़ता, गुरु प्रति प्यार ਅਤੇ जिस मानसिक गुलामी विच समाज जिंदगी जू रहा सी उहदे विचों बाहर कढ़ण लई जो उन्होंने शहादत के जाम पीते उसकी चर्चा गुरु की गोद विच बैठ के गुरु नानक नाम लेवा सिख कर रहे हैं। तो साडा सारियां दा फर्ज भी बनता है जिहड़ियां कौमां अपने विरसे नूं, अपने इतिहास नूं, अपने वड वडेरियां दीयां कीतियां कुर्बानियां नूं भुल जाया करदियां ने, समा पा के वो दुनिया के तख्ते तो मिट जाया करदियां ने। साडा इतिहास बड़ा गौरवमयी है। ये बड़ी डूंगी चाल है कि इदां दे महान योधियां नूं साडे विचों मनफी करन वास्ते बहुत कुछ साडे सामने होर कुछ परोस के दिता जा रहा है। सिख नूं अज अपने अंदर परम हंस वाली बिरती लियाउण दी जरूरत है। जिवें हंस दुध तो पानी वखरा कर दिंदा है, असीं मनमत ते गुरमत इन्हां दा नखेड़ा कर सकीए। गुरमत अते मनमत का नखेड़ा करन तो सब तो पहला सानू की करना पवेगा, अपने महान सतगुर की बाणी नूं आप पढ़ना, विचारना, सुनना पवेगा।
ਜੇ ਸਾਡੇ ਕੋਲ ਕਸਵੱਟੀ ਨਹੀਂ ਹੋਏਗੀ ਤੇ ਸਾਨੂੰ ਕੱਚ ਕਰੜ ਕਹਾਣੀਆਂ ਮਨਮਤ ਨੂੰ ਵੀ ਗੁਰਮਤ ਕਹਿ ਕੇ ਸਾਡੇ ਸਾਹਮਣੇ ਪਰੋਸ ਕੇ ਰੱਖ ਦਿੱਤਾ ਜਾਏਗਾ, ਅਸੀਂ ਅੱਖਾਂ ਮੀਟ ਕੇ ਉਹਨੂੰ ਸੁਣੀ ਜਾਣਾ ਹੈ। ਤੋ ਸਿੱਖ ਦਾ ਫਰਜ਼ ਬਣਦਾ ਹੈ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਹਰ ਸਟੇਜ 'ਤੇ ਇੱਕ ਬੇਨਤੀ ਕਰੀਦੀ ਹੈ ਕਿ ਆਪਣੀ ਜ਼ਿੰਦਗੀ ਵਿੱਚ ਸਹਿਜ ਪਾਠ ਆਰੰਭ ਕਰੋ। ਆਪ ਭਾਵੇਂ ਇੱਕ ਸ਼ਬਦ ਰੋਜ਼ ਪੜ੍ਹੋ, ਇੱਕ ਅੰਕ ਰੋਜ਼ ਪੜ੍ਹੋ, ਆਪਣੇ ਗੁਰੂ ਦੀ ਬਾਣੀ ਖੁਦ ਪੜ੍ਹੋ। ਸਮਝੋ ਜਿਹੜਾ ਅੱਜ ਸਮਾਜ ਮਾਨਸਿਕ ਤੌਰ 'ਤੇ ਤਣਾਅ 'ਚ ਹੈ, ਜਿਹੜੇ ਅੱਜ ਮਾੜੀ ਮਾੜੀ ਗੱਲ 'ਤੇ ਖਿਝ ਰਹੇ ਆ, ਘਰਾਂ 'ਚ ਕਲੇਸ਼ ਨੇ, ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਆ ਰਿਹਾ, ਇਹਦਾ ਮੁੱਢ ਲੱਭਿਓ ਕਿ ਅਸੀਂ ਆਪਣੇ ਗੁਰੂ ਦੇ ਉਪਦੇਸ਼ ਤੋਂ ਕੋਹਾਂ ਦੂਰ ਚਲੇ ਗਏ। ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ, ਜਿਹਨੂੰ ਰਾਤ ਬੁਖਾਰ ਚੜ੍ਹੇ ਉਹ ਪੱਕਾ ਰੋਗੀ ਨਹੀਂ ਹੈ, ਉਹਦਾ ਸਵੇਰੇ ਲੈ ਜਾਣਾ ਹੈ। ਜਿਹਦੀ ਲੱਤ ਦੁਖਦੀ, ਬਾਂਹ ਦੁਖਦੀ, ਉਹ ਪੱਕਾ ਰੋਗੀ ਨਹੀਂ ਹੈ, ਉਹ ਕੋਈ ਪੇਨ ਕਿਲਰ ਲਵੇਗਾ ਉਹਨੇ ਠੀਕ ਹੋ ਜਾਣਾ ਹੈ। ਪੱਕਾ ਰੋਗੀ ਉਹ ਹੁੰਦਾ ਹੈ ਜਿਹਦੇ ਜ਼ਖਮਾਂ 'ਚੋਂ ਪਾਕ ਵਹਿੰਦੀ ਹੋਵੇ, ਜ਼ਖਮ ਨਾਸੂਰ ਬਣ ਜਾਣ, ਹਾਏ ਹਾਏ ਕਰਦਾ ਹੋਵੇ, ਉਹਨੂੰ ਪੱਕਾ ਰੋਗੀ ਕਹਿੰਦੇ ਨੇ। ਘਰ ਦੇ ਜੀਅ ਉਹਦੇ ਬੈੱਡਰੂਮ 'ਚ ਜਾਣ ਤੋਂ ਵੀ ਕੰਨੀ ਕਤਰਾਉਣ, ਮੂੰਹ 'ਤੇ ਮਾਸਕ ਲਾਉਣ, ਉਹਦੀ ਬੈੱਡਸ਼ੀਟ ਦਿਹਾੜੀ 'ਚ 2-3 ਵਾਰ ਚੇਂਜ ਕਰਨੀ ਪਵੇ। ਕਈ ਵਾਰੀ ਘਰ ਦੇ ਜੀਅ ਵੀ ਕਹਿੰਦੇ ਨੇ ਮਹਾਰਾਜ ਅਕਾਲ ਪੁਰਖ ਪਰਦਾ ਪਾ ਦਿਓ। ਸਾਡੇ ਕੋਲ ਹੁਣ ਇਹ ਤੜਫਿਆ ਨਹੀਂ ਵੇਖਿਆ ਜਾਂਦਾ। ਤੋ ਇੱਥੇ ਪੱਕਾ ਰੋਗੀ ਤਾਂ ਕਿਹਾ ਜੇ ਗੁਰੂ ਦਾ ਉਪਦੇਸ਼ ਨਹੀਂ ਹੋਏਗਾ। ਚੰਗਿਆਂ ਘਰਾਂ 'ਚ ਬੈਠੇ ਵੀ ਕਾਰੋਬਾਰ ਵੀ ਚੰਗੇ ਹੋਣਗੇ, ਪਰ ਕੁਰਲਾਵਾਂਗੇ ਜਿਵੇਂ ਪੱਕਾ ਰੋਗੀ ਕੁਰਲਾ ਲੈ, ਤੇ ਕੁਰਲਾ ਰਹੇ ਨੇ। ਤਾਂ ਸਤਿਗੁਰੂ ਨੂੰ ਕਹਿਣਾ ਪਿਆ ਸੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਗਤ ਨੂੰ ਅੱਗ ਲੱਗੀ ਹੋਈ ਸੀ, ਉਸ ਅੱਗ 'ਚੋਂ ਬਾਹਰ ਕੱਢਣ ਲਈ ਮਹਾਰਾਜ ਕਿਰਪਾ ਕਰੋ, ਸਾਨੂੰ ਆਪ ਗੁਰੂ ਦਾ ਉਪਦੇਸ਼ ਦੇ ਕੇ ਜ਼ਿੰਦਗੀ ਜਿਉਣ ਦਾ ਤਰੀਕਾ ਬਖਸ਼ਿਸ਼ ਕਰੋ। ਤੋ ਆਓ ਸਾਧ ਸੰਗਤ ਬੜੇ ਪਿਆਰ ਨਾਲ, ਜਿੱਥੇ ਆਪਾਂ ਭਗਤ ਕਬੀਰ ਜੀ ਦਾ ਪਾਵਨ ਸ਼ਬਦ ਰਾਗ ਰਾਮਕਲੀ ਦੇ ਅੰਦਰ 970 ਅੰਕ 'ਤੇ ਇਹ ਪਾਵਨ ਸ਼ਬਦ ਸੁਭਾਇਮਾਨ ਹੈ, ਜਿੱਥੇ ਆਪਾਂ ਸ਼ਬਦ ਦੀ ਵਿਚਾਰ ਸਾਂਝੀ ਕਰਨੀ, ਉੱਥੇ ਨਾਲ ਨਾਲ ਅੱਜ ਦਾ ਇਤਿਹਾਸਕ ਦਿਨ ਉਹਦੇ ਬਾਰੇ ਵੀ ਵਿਚਾਰਾਂ ਦੀ ਸਾਂਝ ਪਾਉਣੀ ਹੈ। ਇਕਾਗਰਤਾ ਬਖਸ਼ਿਸ਼ ਕਰਿਓ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ 16 ਅਕਤੂਬਰ 1670 ਈਸਵੀ ਦੇ ਵਿੱਚ ਪੁੰਛ ਦਾ ਉਹ ਛੋਟਾ ਜਿਹਾ ਪਿੰਡ, ਵੈਸੇ ਹੁਣ ਤਾਂ ਜ਼ਿਲ੍ਹਾ ਬਣ ਚੁੱਕਾ ਹੈ, ਰਜੌਰੀ, ਉੱਥੇ ਜਨਮ ਹੁੰਦਾ ਹੈ ਪਿਤਾ ਰਾਮਦੇਵ ਦੇ ਘਰ। ਜੱਦੀ ਪੁਰਸ਼ੀ ਰਾਜਪੂਤ ਨੇ, ਕਿਸਾਨ ਨੇ, ਉਹਨਾਂ ਨੂੰ ਸ਼ਾਸਤਰ ਵਿਦਿਆ ਆਉਂਦੀ ਹੈ, ਪਰ ਜ਼ਿੰਦਗੀ 'ਚ ਕੁਝ ਘਟਨਾਵਾਂ, ਇੱਕ ਗੱਲ ਦਾ ਧਿਆਨ ਰੱਖਣਾ, ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ਿੰਦਗੀ 'ਚੋਂ ਇੱਕ ਚੀਜ਼ ਪ੍ਰੇਰਨਾ ਲੈਣ ਵਾਲੀ ਹੈ ਵੀ ਉਹ ਗਾਹਕ ਬੜੇ ਕਮਾਲ ਦੇ ਸੀ। ਜਿਹੜਾ ਗਾਹਕ ਹੁੰਦਾ ਨਾ ਉਹ ਸੌਦਾ ਲੱਭ ਲੈਂਦਾ ਵਾ, ਤੇ ਜਦੋਂ ਤੱਕ ਉਹਦਾ ਸੌਦਾ ਉਹਦੀ ਤਸੱਲੀ ਦਾ ਨਾ ਹੋਵੇ ਉਹਦਾ ਮਨ ਇੱਕ ਥਾਂ 'ਤੇ ਖਲੋਂਦਾ ਨਹੀਂ। ਗਾਹਕ ਬਣਨਾ ਸਭ ਤੋਂ ਔਖਾ ਹੈ। ਕਸਟਮਰ ਜਿਹੜਾ ਗਾਹਕ ਹੁੰਦਾ ਨਾ ਉਹ ਦੁਕਾਨਦਾਰ ਨੂੰ ਕਈ ਵਾਰੀ ਸੌਦਾ ਚੇਂਜ ਕਰਨ ਲਈ ਮਜਬੂਰ ਕਰ ਦਿੰਦਾ ਹੈ। ਗਾਹਕ ਬੜੀ ਵੱਡੀ ਚੀਜ਼ ਹੈ। ਇਹ ਗੁਰਮਤਿ ਦਾ ਹੱਟ ਹੈ, ਇੱਥੇ ਗਾਹਕ ਬਣ ਕੇ ਆਉਣਾ ਹੈ। ਜੇ ਅਸੀਂ ਗਾਹਕ ਬਣ ਕੇ ਆਵਾਂਗੇ ਅਸੀਂ ਇੱਥੋਂ ਕੁਝ ਲੈ ਕੇ ਜਾਵਾਂਗੇ। ਅੱਜ ਜਿਹੜੇ ਦੇਹਧਾਰੀ ਪਖੰਡੀਆਂ ਕੋਲ ਜਾਂਦੇ ਨੇ ਉਹ ਗਾਹਕ ਬਣ ਕੇ ਜਾਂਦੇ ਨੇ। ਉਹ ਗਾਹਕ ਜਿੱਦਾਂ ਦਾ ਗਾਹਕ ਜਾਂਦਾ ਉੱਦਾਂ ਦਾ ਸੌਦਾ ਪਰੋਸਦੇ ਨੇ। ਉਹ ਫਿਰ ਉਹਨਾਂ ਦੇ ਸਾਹਮਣੇ ਜੋ ਉਹ ਆਪਣੀ ਸੋਚ ਲੈ ਕੇ ਜਾਂਦੇ ਉੱਦਾਂ ਦੀ ਵਿਚਾਰ ਉਹਨਾਂ ਸਾਹਮਣੇ ਰੱਖ ਦਿੰਦੇ ਨੇ। ਜੋ ਉਹਨਾਂ ਨੂੰ ਚਾਹੀਦਾ ਹੈ ਉਹ ਕੁਝ ਹੀ ਉਹਨਾਂ ਦੇ ਸਾਹਮਣੇ ਆ। ਤੁਸੀਂ ਕਿਸੇ ਰੈਸਟੋਰੈਂਟ ਜਾਂਦੇ ਹੋ, ਅਗਲਿਆਂ ਦੇ ਕੋਲ ਤੇ ਬਹੁਤ ਕੁਝ ਹੈ, ਉਹ ਤੁਹਾਨੂੰ ਪੁੱਛਦੇ ਤੁਸੀਂ ਕੀ ਖਾਣਾ ਚਾਹੁੰਦੇ ਹੋ। ਤੁਸੀਂ ਕਿਸੇ ਦੁਕਾਨ ਤੋਂ ਕੱਪੜਾ ਲੈਣ ਜਾਂਦੇ ਹੋ, ਅਗਲੇ ਕੋਲ ਤੇ ਕੱਪੜਾ ਬਹੁਤ ਹੈ, ਅਗਲਾ ਤੁਹਾਨੂੰ ਪੁੱਛਦਾ ਤੁਸੀਂ ਕਿਹੜਾ ਕੱਪੜਾ ਲੈਣਾ ਹੈ। ਤੁਸੀਂ ਕੋਈ ਨਵੀਂ ਕਾਰ ਲੈਣ ਜਾਂਦੇ ਹੋ, ਕਾਰਾਂ ਤੇ ਅਗਲੇ ਕੋਲ ਬਹੁਤ ਨੇ, ਪਰ ਤੁਸੀਂ ਕਿਹੜੀ ਕਾਰ ਖਰੀਦਣੀ ਹੈ ਤੁਹਾਨੂੰ ਪੁੱਛਿਆ ਜਾਂਦਾ ਹੈ। ਅਗਲੇ ਕੋਲ ਮੋਬਾਈਲ ਬਹੁਤ ਨੇ, ਉਹ ਤੁਹਾਨੂੰ ਪੁੱਛਦੇ ਨੇ ਤੁਹਾਨੂੰ ਮੋਬਾਈਲ ਕਿਹੜਾ ਚਾਹੀਦਾ। ਤੁਸੀਂ ਕਿਸੇ ਸ਼ੂ ਦੀ ਦੁਕਾਨ 'ਤੇ ਜਾਂਦੇ ਹੋ, ਉਹਨਾਂ ਕੋਲ ਤੇ ਬਹੁਤ ਨੇ, ਹਰ ਨੰਬਰ ਦਾ ਹੈਗਾ, ਹਰ ਬ੍ਰਾਂਡ ਦਾ ਹੈਗਾ, ਅਗਲਾ ਸਾਨੂੰ ਪੁੱਛਦਾ ਤੁਹਾਨੂੰ ਕਿਹੜਾ ਚਾਹੀਦਾ। ਫਿਰ ਜੇ ਕਈ ਵਾਰੀ ਐਸਾ ਹੁੰਦਾ ਹੈ ਗਾਹਕ ਜੋ ਮੰਗੇ ਜੇ ਦੁਕਾਨਦਾਰ ਕੋ ਨਾ ਹੋਵੇ, ਉਸ ਵੇਲੇ ਨੋਟ ਕਰਦਾ, ਕਹਿੰਦਾ ਕਾਕਾ ਸੌਦਾ ਨੋਟ ਕਰ। ਗਾਹਕ ਨੇ ਮੰਗਿਆ ਆਪਣੇ ਕੋਲ, ਬੋਲੋ ਜੀ, ਹੰਗਾਰਾ ਭਰੋ ਤਾਂ ਕਿ ਗੱਲ ਸਮਝ ਲੱਗ ਜਾਏ।
ਪੁਰਾਣੇ ਸਮੇਂ 'ਚ ਨਾ ਮਾਵਾਂ ਜਦੋਂ ਬਾਤ ਸੁਣਾਉਂਦੀਆਂ ਹੁੰਦੀਆਂ ਸੀ ਤਾਂ ਆਪਣੇ ਬੱਚੇ ਨੂੰ ਇਹ ਗੱਲ ਕਹਿੰਦੀਆਂ ਹੁੰਦੀ ਸੀ, ਪੁੱਤ ਹੰਗਾਰਾ ਦੇਈ ਜਾਈਂ ਤਾਂ ਕਿ ਮੈਨੂੰ ਪਤਾ ਲੱਗੇ ਤੂੰ ਮੇਰੀ ਗੱਲ ਸੁਣ ਰਿਹਾ ਹੋ। ਜਿੱਦਣ ਗੁਰਦੁਆਰਿਆਂ 'ਚ ਸਰੋਤਾ ਅਤੇ ਪ੍ਰਚਾਰਕ ਇੱਦਾਂ ਗੱਲ ਤੁਰਨ ਲੱਗ ਪਈ ਵੀ ਅਸੀਂ ਐਨ ਅੱਖਾਂ 'ਚ ਅੱਖਾਂ ਪਾ ਕੇ ਗੱਲ ਸੁਣਾਂਗੇ ਅਤੇ ਗੱਲ ਸਮਝ ਆਏਗੀ। ਸਾਧ ਸੰਗਤ ਜੀ, ਬੱਚਾ ਘਰ ਸਟੱਡੀ ਕਰੇ, ਕਿਤਾਬ ਪੜ੍ਹੇ ਅਤੇ ਜਾਂਦਿਆਂ ਨੂੰ ਟੀਚਰ ਪੜ੍ਹਾ ਰਿਹਾ ਹੋਵੇ, ਜੇ ਟੀਚਰ ਗਲਤ ਪੜ੍ਹਾ ਰਿਹਾ ਹੋਵੇ ਤਾਂ ਬੱਚਾ ਟੋਕ ਦੇਵੇਗਾ। ਅੱਜ ਕੱਲ੍ਹ ਬੱਚੇ ਇੰਟੈਲੀਜੈਂਟ ਨੇ, ਉਹ ਕਹਿੰਦੇ ਨੇ ਟੀਚਰ ਸਾਹਿਬ ਆਹ ਗੱਲ ਤੁਸੀਂ ਗਲਤ ਪੜ੍ਹਾ ਰਹੇ ਹੋ, ਮੈਂ ਇੱਦਾਂ ਪੜ੍ਹ ਕੇ ਆਇਆ। ਅਤੇ ਟੀਚਰ ਨੂੰ ਵੀ ਉਹ ਪੜ੍ਹਨ ਲਈ ਮਜਬੂਰ ਕਰ ਦਿੰਦਾ ਹੈ ਵੀ ਤੂੰ ਗਲਤ ਪੜ੍ਹਾ ਰਿਹਾ ਹੈ। ਉਹ ਫਿਰ ਅਗਲੇ ਦਿਨ ਟੀਚਰ ਵੀ ਸਟੱਡੀ ਕਰਕੇ ਆਉਂਦਾ ਹੈ। ਇਹ ਸਿੱਖੀ ਦਾ ਸਕੂਲ ਆ। ਜਿੱਦਣ ਇੱਥੋਂ ਦਾ ਸਟੂਡੈਂਟ ਥੋੜ੍ਹਾ ਬਹੁਤਾ ਆਪ ਪੜ੍ਹ ਕੇ ਆਉਣ ਲੱਗ ਪਿਆ, ਆਹ 2-4 ਫੁੱਟ ਜਿਹੜਾ ਅਸੀਂ ਜ਼ਮੀਨ ਤੋਂ ਉੱਪਰ ਬੈਠੇ ਹਾਂ ਨਾ, ਕਿਸੇ ਦੀ ਹਿੰਮਤ ਨਹੀਂ ਪਵੇਗੀ ਮਨਮਤ ਸੁਣਾਉਣ ਦੀ, ਕਿਉਂਕਿ ਅਗਲੇ ਨੂੰ ਪਤਾ ਹੋਊਗਾ ਵੀ ਭਾਈ ਇੱਥੇ ਕੋਈ ਗੁਰਮਤ ਦਾ ਜਾਣਕਾਰ, ਸਾਰੇ ਬੋਲੋ, ਬੈਠਾ ਹੈ, ਗੁਰਮਤ ਦੀ ਕੋਈ ਸਮਝ ਹੈ। ਹੁਣ ਮਾਧੋ ਦਾਸ ਵੈਰਾਗੀ ਦਾ ਪਹਿਲਾ ਨਾਮ ਲਛਮਣ ਦਾਸ ਹੈ ਅਤੇ ਗਾਹਕ ਬੜਾ ਕਮਾਲ ਦਾ ਹੈ। ਉਹਨਾਂ ਦੀ ਜ਼ਿੰਦਗੀ 'ਚ 1684 ਵਿੱਚ ਇੱਕ ਘਟਨਾ ਵਾਪਰਦੀ ਹੈ। 14 ਸਾਲ ਦੀ ਉਹਨਾਂ ਦੀ ਏਜ ਹੈ। ਵੱਖ-ਵੱਖ ਰਾਈਟਰਾਂ ਨੇ, ਕਿਉਂਕਿ ਜਿਹੜੀ ਹਿਸਟਰੀ ਹੈ ਨਾ, ਇੱਕ ਚੇਤਾ ਰੱਖਣਾ, ਜਿਹੜੀ ਹਿਸਟਰੀ ਹੈ ਉਹ ਵੱਖ-ਵੱਖ ਰਾਈਟਰਾਂ ਨੇ ਲਿਖੀ ਹੈ। ਇਤਿਹਾਸ ਵੱਖ-ਵੱਖ ਰਾਈਟਰਾਂ ਨੇ ਲਿਖਿਆ। ਇਤਿਹਾਸ ਨੂੰ ਸਿਰਜਿਆ ਸਿੱਖਾਂ ਨੇ ਹੈ, ਪਰ ਲਿਖਿਆ ਦੂਜਿਆਂ ਮਤਾਂ ਦੇ ਲੋਕਾਂ ਨੇ ਬਹੁਤ। ਇੱਕੋ ਸਾਡੇ ਕੋਲ ਗੁਰਬਾਣੀ ਹੈ ਜਿਹੜੀ ਗੁਰੂ ਪਾਤਸ਼ਾਹ ਦੀ ਲਿਖੀ ਹੋਈ ਸਾਡੇ ਕੋਲ ਪਹੁੰਚੀ ਹੈ। ਇਤਿਹਾਸ ਵਿੱਚ ਬਹੁਤ ਕੁਝ ਰਲ ਗੱਡ ਹੈ। ਇੱਕ ਚੀਜ਼ ਆਪਣੇ ਜ਼ਿਹਨ ਵਿੱਚ ਹਮੇਸ਼ਾ ਚੇਤਾ ਰੱਖਣਾ, ਇਤਿਹਾਸ ਦੀ ਉਹ ਘਟਨਾ ਹੀ ਸਹੀ ਹੈ ਜਿਹੜੀ ਗੁਰਬਾਣੀ ਦੀ ਕਸਵੱਟੀ 'ਤੇ ਖਰੀ ਉਤਰਦੀ, ਕਿਉਂਕਿ ਗੁਰੂ ਪਾਤਸ਼ਾਹ ਦਾ ਜੀਵਨ ਗੁਰਬਾਣੀ 'ਚੋਂ ਵੇਖਣਾ ਹੈ। ਕੋਈ ਘਟਨਾ ਗਲਤ ਹੋ ਸਕਦੀ ਹੈ, ਕਿਉਂਕਿ ਲਿਖਣ ਵਾਲੇ ਨੇ ਆਪਣੀ ਸੋਚ ਮੁਤਾਬਕ ਲਿਖੀ ਹੈ। 84 ਜੋ ਕੁਝ ਵਾਪਰਿਆ ਹੈ ਅੱਜ ਸਾਡੇ ਸਾਹਮਣੇ ਆ, ਬਜ਼ੁਰਗਾਂ ਨੂੰ ਪਤਾ ਹੈ। ਜਿਹੜੀਆਂ ਘਟਨਾਵਾਂ 84 'ਚ ਵਾਪਰੀਆਂ ਨੇ, 10 ਰਾਈਟਰਾਂ ਨੇ ਲਿਖੀਆਂ ਨੇ, 10 ਦੀ ਇੱਕ ਦੂਜੇ ਨਾਲ ਰਾਏ ਰਲਦੀ ਨਹੀਂ, ਘਟਨਾ ਇੱਕੋ ਹੀ ਹੈ। ਅੱਛਾ, ਜਿਨ੍ਹਾਂ ਨਾਲ ਵਾਪਰੀ ਉਹ ਵੀ ਜਿਉਂਦੇ ਨੇ, ਉਹ ਕਈ ਵਾਰੀ ਕਹਿੰਦੇ ਯਾਰ ਇੱਦਾਂ ਤਾਂ ਵਾਪਰੀ ਨਹੀਂ ਜਿੱਦਾਂ ਨਾਲ ਲਿਖ ਦਿੱਤੀ ਹੈ। ਇਹ ਤੋਂ ਅੰਦਾਜ਼ਾ ਲਾ ਲਓ ਕਿ ਜਦੋਂ ਹਿਸਟਰੀ ਅੱਗੇ ਤੋਂ ਅੱਗੇ ਤੁਰਦੀ ਹੈ ਅਤੇ ਥੋੜ੍ਹੀ ਬਹੁਤੀ ਰਾਈਟਰ ਦੀ ਆਪਣੀ ਵਿੱਚ ਸੋਚ ਵੀ ਪੈ ਜਾਂਦੀ ਹੈ। ਇੱਕੋ ਸਾਡੇ ਕੋਲ ਗੁਰਬਾਣੀ ਹੈ ਜਿਹੜੀ ਗੁਰੂ ਪਾਤਸ਼ਾਹ ਦੀ ਲਿਖੀ ਹੋਈ ਹੈ। ਕਿਸੇ ਵੀ ਘਟਨਾ ਨੂੰ ਸਮਝਣ ਤੋਂ ਪਹਿਲਾਂ ਅਸੀਂ ਗੁਰੂ ਪਾਤਸ਼ਾਹ ਦੀ ਬਾਣੀ ਨੂੰ ਆਧਾਰ ਬਣਾਉਣਾ ਹੈ। ਕੋਈ ਘਟਨਾ ਗਲਤ ਹੋ ਸਕਦੀ, ਬਾਣੀ ਗਲਤ ਨਹੀਂ ਹੋ ਸਕਦੀ। ਆਹ ਚੇਤਾ ਰੱਖਣਾ, ਇਹ ਮੁੱਢ ਵੱਜਣਾ ਤਾਂ ਗੱਲ ਸਮਝ ਆਏਗੀ। ਹੁਣ ਰਾਮਦੇਵ ਪਿਤਾ ਦਾ ਨਾਮ ਹੈ, ਘਰ ਬੱਚੇ ਦਾ ਜਨਮ ਹੋਇਆ, ਸ਼ਿਕਾਰ ਖੇਡਣ ਦੀ ਆਦਤ ਸੀ। ਇੱਕ ਪ੍ਰਸੂਤ ਹੋਈ ਹਿਰਨੀ ਉਹਨਾਂ ਦੇ ਕੋਲੋਂ ਮਰ ਜਾਂਦੀ ਹੈ। ਬੱਚੇ ਤੜਫ ਤੜਫ ਕੇ ਉਹਨਾਂ ਦੇ ਸਾਹਮਣੇ ਮਰਦੇ ਨੇ ਅਤੇ ਮਨ 'ਚ ਵਿਰਾਗ ਆਉਂਦਾ ਉਹਨਾਂ ਦੇ। ਜਾਨਕੀ ਪ੍ਰਸਾਦ ਨਾ ਕਰਕੇ ਆਉਂਦਾ, ਜਾਨਕੀ ਦਾਸ ਕਰਕੇ ਇੱਕ ਸਾਧੂ, ਉਹਨੂੰ ਉਹਨਾਂ ਨੇ ਆਪਣਾ ਗੁਰੂ ਧਾਰਨ ਕਰ ਲਿਆ। 1 ਸਾਲ ਉੱਥੇ ਰਹੇ, ਪਰ 1 ਸਾਲ ਬਾਅਦ ਉਹਨਾਂ ਦੀ ਤਸੱਲੀ ਨਹੀਂ ਹੋਈ, ਕਿਉਂਕਿ ਜਦੋਂ ਘਰੋਂ ਸੌਦਾ ਲੈਣ ਤੁਰੇ ਹੋਣ ਅਤੇ ਸੌਦਾ ਤਸੱਲੀ ਦਾ ਨਾ ਮਿਲੇ। 1 ਸਾਲ ਬਾਅਦ 84 ਤੋਂ ਲੈ ਕੇ 85 ਤੱਕ ਉਹਨਾਂ ਨੇ ਉਹ ਬਾਬਾ ਬਦਲ ਦਿੱਤਾ, ਅੱਗੇ ਤੁਰ ਪਏ। ਔਗੜਨਾਥ ਅੱਗੇ ਜੋਗੀ ਮਿਲਿਆ। ਇਹ ਭੱਟਾਂ ਨੇ ਵੀ ਆਪਣੇ ਸੋਈਆਂ 'ਚ ਕਿਹਾ, ਰਹੇ ਉਹ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿਠੇ। ਅਸੀਂ ਬੜੇ ਗੁਰੂ ਪਾਤਸ਼ਾਹ ਦੇ ਕੋਲ ਆਉਣ ਤੋਂ ਪਹਿਲਾਂ ਬੜੇ ਸਾਧੂ ਮਹਾਤਮਾ ਵੇਖੇ, ਪਰ ਕਿਸੇ ਨੇ ਤਸੱਲੀ ਨਹੀਂ ਕਰਾਈ, ਕਿਸੇ ਨੇ ਅੰਦਰ ਦੀ ਤ੍ਰਿਪਤੀ ਨਹੀਂ ਕਰਾਈ। ਵੱਖ-ਵੱਖ ਥਾਵਾਂ 'ਤੇ ਅੱਜ ਵੀ ਸਿੱਖ ਭਟਕ ਰਿਹਾ। ਸਾਰੀ ਜ਼ਿੰਦਗੀ ਲੰਘ ਜਾਂਦੀ, ਕਈਆਂ ਦੀ ਦੇਹਧਾਰੀ ਬਾਬਿਆਂ ਦੀਆਂ ਪਰਿਕਰਮਾ ਕੀਤੀਆਂ ਜਾ ਰਹੀਆਂ ਨੇ। ਕਈ ਤਾਂ ਇਸ ਤੋਂ ਵੀ ਅੱਗੇ ਲੰਘ ਹੈ, ਦੇਹਧਾਰੀ ਬਾਬਿਆਂ ਦੀਆਂ ਪੈਰਾਂ ਦੀਆਂ ਫੋਟੋਆਂ ਬਣਾ ਕੇ ਆਪਣੇ ਘਰਾਂ 'ਚ ਰੱਖੀਆਂ ਹੋਈਆਂ ਨੇ। ਅਤੇ ਸਾਨੂੰ ਗੁਰੂ ਪਾਤਸ਼ਾਹ, ਸਾਨੂੰ ਸਿਧਾਂਤ ਕੀ ਸੀ ਕਿ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ, ਸਭ ਸਿੱਖਣ ਕੋ ਹੁਕਮ ਹੈ। ਇੱਕ ਪਰਉਪਕਾਰ ਆਪਣੇ ਬੱਚਿਆਂ 'ਤੇ ਕਰ ਦਈਏ ਜਾਣ ਤੋਂ ਪਹਿਲਾਂ ਦੁਨੀਆ 'ਤੇ, ਕਿ ਆਪਣੇ ਬੱਚਿਆਂ ਨੂੰ ਦੱਸ ਜਾਈਏ ਸਾਡਾ ਗੁਰੂ ਗ੍ਰੰਥ ਸਾਹਿਬ, ਸਾਡਾ ਇੱਕ ਗ੍ਰੰਥ, ਇੱਕ ਪੰਥ, ਇੱਕ ਮਰਿਆਦਾ, ਇੱਕ ਝੰਡੇ ਹੇਠ ਹੋਣਾ ਹੈ। ਆਪਣੇ ਬੱਚਿਆਂ ਨੂੰ ਦੱਸ ਜਾਈਏ। ਮਹਾਰਾਜ ਦੇ ਦੀਵਾਨ 'ਚ ਬੇਨਤੀ ਕੀਤੀ ਸੀ, ਜਿਨ੍ਹਾਂ ਦਾ 33 ਕਰੋੜ ਦੇਵੀ ਦੇਵਤਾ ਨਾ, ਉਹ ਫਿਰ ਵੀ ਕਿਸੇ ਮੁੱਦੇ 'ਤੇ ਇਕੱਠੇ ਹੋ ਜਾਂਦੇ। ਸਾਡਾ ਗ੍ਰੰਥ ਇੱਕ, ਸਾਡਾ ਪੰਥ ਇੱਕ, ਸਾਡੀ ਮਰਿਆਦਾ ਇੱਕ, 10 ਸਿੱਖ ਇਕੱਠੇ ਕਰ ਲਓ, 10 ਦੀ ਵਿਚਾਰ ਇੱਕ ਨਹੀਂ ਹੈਗੇ। ਕਿਉਂ? ਕਿਉਂਕਿ ਸਾਡੇ ਵਿਚਾਰਧਾਰਾ ਇੱਕ ਤਾਂ ਹੋਣੀ ਜੇ ਅਸੀਂ ਇੱਕ ਗੁਰੂ ਨੂੰ ਮੰਨਾਂਗੇ। ਤੇ ਇੱਥੇ ਆਣ ਕੇ ਸਾਡੇ ਖੜੋਤ ਆ ਗਈ, ਇੱਥੇ ਅਸੀਂ ਰੁਕ ਗਏ। ਹੁਣ ਅੱਗੇ ਤੁਰਦਿਆਂ ਤੁਰਦਿਆਂ ਮਾਧੋ ਦਾਸ ਵੈਰਾਗੀ, ਜਾਨਕੀ ਪ੍ਰਸਾਦ ਨੇ ਉਹਦਾ ਨਾਂ ਰੱਖ ਦਿੱਤਾ ਮਾਧੋ ਦਾਸ। ਹੁਣ ਪਹਿਲਾਂ ਲਛਮਣ ਦਾਸ ਸੀ, ਫਿਰ ਮਾਧੋ ਦਾਸ। 1695 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਹਰਾਦੂਨ ਦੇ ਇਲਾਕੇ 'ਚ ਆਉਂਦੇ ਨੇ, 1695 ਕਹਿ ਰਿਹਾ ਮੈਂ,
ਤੇ ਮਾਧੋ ਦਾਸ ਵੈਰਾਗੀ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਮਿਲਣੀ ਹੁੰਦੀ ਹੈ। ਇਹ ਪਹਿਲੀ ਮਿਲਣੀ ਆਮ ਕਹਿੰਦੇ ਨੇ ਜੀ ਸਿਰਫ ਹਜ਼ੂਰ ਸਾਹਿਬ ਹੀ ਪਾਤਸ਼ਾਹ ਮਿਲੇ ਨੇ। ਨਹੀਂ ਨਹੀਂ ਨਹੀਂ, ਤੁਸੀਂ ਜਦੋਂ ਰਾਈਟਰਾਂ ਦੀਆਂ ਲਿਖਤਾਂ ਪੜ੍ਹੋਗੇ, ਮਾਧੋ ਦਾਸ ਵੈਰਾਗੀ ਦੇਹਰਾਦੂਨ ਦੇ ਇਲਾਕੇ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 1695 ਦੇ ਵਿੱਚ ਮਿਲ ਚੁੱਕੇ ਨੇ। ਉਹ ਮਿਲਣੀ ਥੋੜ੍ਹੀ ਜਿਹੀ ਸੀ, ਜ਼ਿਆਦਾ ਲੰਬਾ ਟਾਈਮ ਨਹੀਂ ਬਿਤਾਇਆ। ਜੇ ਲੰਬਾ ਟਾਈਮ ਬਿਤਾਉਂਦੇ ਤਾਂ ਸ਼ਾਇਦ ਮਾਧੋ ਦਾਸ ਵੈਰਾਗੀ ਉਦੋਂ ਹੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਭੋਰਾ ਬਣ ਜਾਂਦਾ, ਪਰ ਥੋੜ੍ਹੇ ਟਾਈਮ ਦੀ ਮਿਲਣੀ ਸੀ। ਉਹ ਅੱਗੇ ਹਜ਼ੂਰ ਸਾਹਿਬ ਫੇਰ ਚਲੇ ਗਏ। ਇੱਧਰ ਜਿਹੜਾ ਅਨੰਦਪੁਰ ਸਾਹਿਬ ਦਾ ਇਤਿਹਾਸ ਹੈ, 1704 ਦੇ ਵਿੱਚ ਜਿੱਦਾਂ 7 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਛੱਡਦੇ ਨੇ। 13 ਪੋਹ ਤੱਕ ਇੱਕੇ ਪਰਿਵਾਰ ਦੇ 5 ਜੀ, 4 ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ, ਇੱਕੇ ਪਰਿਵਾਰ ਦੇ 5 ਜੀ ਸ਼ਹਾਦਤ ਦਾ ਜਾਮ ਪੀਂਦੇ ਨੇ। ਦੁਨੀਆ ਦੇ ਤਖਤੇ ਤੇ ਇੱਦਾਂ ਦਾ ਚੜ੍ਹਦੀ ਕਲਾ ਵਾਲਾ ਇਤਿਹਾਸ ਤੁਹਾਨੂੰ ਨਹੀਂ ਮਿਲੇਗਾ। ਕਿਸੇ ਪਰਿਵਾਰ 'ਚੋਂ ਇੱਕ ਜੀ ਚਲਾ ਜਾਏ ਤੇ ਲੋਕ ਆਂਦੇ ਉਹ ਇਹ ਘਰ ਦੀਆਂ ਰੌਣਕਾਂ ਚਲੀਆਂ ਗਈਆਂ। ਜਿਸ ਘਰ 'ਚੋਂ 5 ਜੀ ਗਏ ਹੋਣ, 7 ਪੋਹ ਤੋਂ 13 ਪੋਹ ਤੱਕ ਸੰਸਕਾਰ ਵੀ ਸਾਹਿਬਜ਼ਾਦਿਆਂ ਦਾ ਹੋ ਜਾਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਵੀ ਚੜ੍ਹਦੀ ਕਲਾ ਵਿੱਚ ਜੀਵਨ ਜਿਉਣ, ਫਿਰ ਵੀ ਹੌਸਲੇ ਬੁਲੰਦ ਹੋਣ। ਦੁਨੀਆ ਦੇ ਤਖਤੇ ਤੇ ਤੁਹਾਨੂੰ ਇੱਦਾਂ ਦੀ ਚੜ੍ਹਦੀ ਕਲਾ ਦੀ ਮਿਸਾਲ ਕਿਸੇ ਕੌਮ ਦੇ ਵਿੱਚ ਨਹੀਂ ਮਿਲੇਗੀ। ਪਰ ਅੱਜ ਉਹ ਸਿੱਖ ਜਿਹੜਾ ਆਪਣੇ ਗੁਰੂ ਦਾ ਪੁੱਤਰ ਖਾਉਣ ਵਾਲਾ, ਮਾੜਾ ਜਿਹਾ ਕਾਰੋਬਾਰ ਥੱਲੇ ਆਉਣ ਲੱਗੇ, ਪੁੱਤਰ ਦੇ ਆਨੰਦ ਕਾਰਜ ਨੂੰ 2-4 ਮਹੀਨੇ ਸਾਲ ਹੋਏ ਹੋਣ, ਘਰ ਔਲਾਦ ਨਾ ਹੋਵੇ, ਘਰ ਬਿਮਾਰੀ ਆ ਜਾਏ, ਪਤਾ ਕੀ ਕਹਿੰਦੇ ਨੇ, ਕਿਤੇ ਹੋਰ ਜਾ ਕੇ ਵੇਖ ਲਓ, ਸ਼ਾਇਦ ਇੱਥੋਂ ਗੱਲ ਨਾ ਬਣੇ। ਸਿਦਕ, ਭਰੋਸਾ, ਮਾੜਾ ਜਿਹਾ ਕਾਰੋਬਾਰ ਥੱਲੇ ਆਉਣ ਲੱਗੇ, ਪੁੱਤਰ ਦੇ ਵਿਆਹ ਨੂੰ 2-4 ਸਾਲ ਹੋ ਗਏ ਹੁਣ, ਔਲਾਦ ਨਾ ਹੋਵੇ, ਕਹਿੰਦੇ ਕਿਸੇ ਕੋਲੋਂ ਮੰਤਰ ਲੈ ਕੇ ਵੇਖ ਲਓ, ਸਾਚੇ ਸਾਹਿਬਾ ਕਿਆ ਨਹੀਂ ਘਰ ਤਾਂ ਤੇਰਾ ਜਿਸ ਦੇ ਬਾਪੂ ਦਾ ਦਰ ਛੱਡ ਕੇ ਪਾਸੇ ਕਿਉਂ ਜਾਣਾ। ਜਪਜੀ ਸਾਹਿਬ 'ਚੋਂ ਸਿੱਖ ਲਈਏ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਸੋ ਮੈਂ, ਮੈਨੂੰ ਭੁੱਲੇ ਨਾ ਦੁੱਖ ਆਵੇ ਸੁੱਖ ਆਵੇ ਦਾਤਾ ਜੀ, ਮੈਂ ਤੁਹਾਡਾ ਦਰ ਨਾ ਛੱਡਾਂ। ਅੱਜ ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ਿੰਦਗੀ ਵਿੱਚੋਂ ਇਹ ਸਿਦਕ ਸਿੱਖ ਕੇ ਜਾਇਓ ਵੀ ਕਿੱਡਾ ਵੱਡਾ ਸਿਦਕ ਸੀ। ਤੇ ਮਾਧੋ ਦਾਸ ਵੈਰਾਗੀ ਹਜ਼ੂਰ ਸਾਹਿਬ ਦੇ ਏਰੀਏ ਵਿੱਚ, ਨਾਸਿਕ ਦੇ ਏਰੀਏ ਵਿੱਚ, ਮਹਾਰਾਸ਼ਟਰ ਦੇ ਏਰੀਏ ਵਿੱਚ ਆਪ ਘੁੰਮ ਰਹੇ ਨੇ। ਔਗੜਨਾਥ ਉਹਨਾਂ ਦਾ ਗੁਰੂ ਜੋਗੀ ਹੈ। ਇੱਧਰ 1708 ਵਿੱਚ, ਕਿਉਂਕਿ ਮੈਂ ਸੰਖੇਪ ਸੁਣਾ ਰਿਹਾ, ਹਿਸਟਰੀ ਬਹੁਤ ਲੰਬੀ ਹੈ, ਮੈਂ ਟੂਕ ਮਾਤਰ ਗੱਲ ਕਰਾਂਗਾ ਤਾਂ ਕਿ ਆਪਾਂ ਗੱਲ ਸਮਝ ਸਕੀਏ। ਇੱਧਰ 4 ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ, ਮਾਤਾ ਗੁਜਰ ਕੌਰ ਜੀ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰਾ ਕੁਝ ਵਾਪਰਨ ਤੋਂ ਬਾਅਦ ਅੱਗੇ ਦਮਦਮਾ ਸਾਹਿਬ ਦੀ ਧਰਤੀ ਵੱਲ ਨੂੰ ਵਧਦੇ ਨੇ। ਇੰਨਾ ਕੁਝ ਹੋਣ ਤੋਂ ਬਾਅਦ ਵੀ ਹਜ਼ੂਮੇ ਗਮ ਮੇਰੀ ਫਿਤਰਤ ਕੋ ਬਦਲ ਨਹੀਂ ਸਕਤੇ, ਕਿਆ ਕਰੂੰ ਮੇਰੀ ਆਦਤ ਹੈ ਮੁਸਕਰਾਨੇ ਕੀ। ਜਿਨ੍ਹਾਂ ਨੂੰ ਮੁਸਕਰਾਉਣ ਦੀ, ਹੱਸਣ ਦੀ ਆਦਤ ਪੈ ਜੇ, ਹਜ਼ਾਰਾਂ ਗਮ ਚੜ੍ਹ ਕੇ ਆ ਜਾਣ, ਉਹ ਢਹਿੰਦੀ ਕਲਾ ਵਿੱਚ ਨਹੀਂ ਜਾਂਦੇ। ਨਾਨਕ ਭਗਤਾਂ ਅੱਜ ਐਡਾ ਤਗੜਾ ਸਿੱਖ ਸਵੇਰੇ ਫੁੱਲਾਂ ਦੀਆਂ ਪਾਰਕਾਂ, ਮੈਂ ਲੁਧਿਆਣੇ ਵੇਖਦਾ, ਉੱਥੇ ਕਈ ਵਾਰੀ ਨਾ ਸਾਡੇ ਉੱਥੇ ਲੁਧਿਆਣੇ ਜਵੱਦੀ ਜਦੋਂ ਸਵੇਰੇ ਉੱਠ ਕੇ ਕਈ ਵਾਰੀ ਵਾਕ ਕਰਨ ਜਾਂਦਾ ਤਾਂ ਫੁੱਲਾਂ ਦੀਆਂ ਪਾਰਕਾਂ ਵਿੱਚ ਬਹਿ ਕੇ ਨਾ ਸਵੇਰੇ ਫੁੱਲਾਂ ਵੱਲ ਵੇਖ ਕੇ ਹੱਸ ਰਹੇ ਹੁੰਦੇ ਨੇ। ਤੇ ਮੈਂ ਕਈ ਵਾਰੀ ਕਹਿ ਦਿੰਦਾ ਨਾ, ਮੇਰੀ ਆਦਤ, ਮੈਂ ਕਹਿੰਦਾ ਨਾ ਘਰ ਨਿਆਣਿਆਂ ਨਾ ਹੱਸੋ, ਜਾ ਕੇ ਜਵਾਕਾਂ ਨਾ ਹੱਸੋ। ਪਰ ਸਾਨੂੰ ਰਾਮਦੇਵ ਨੇ ਪੁੱਠਾ ਗੇੜਾ ਦਿੱਤਾ। ਸਾਡੇ ਲੋਕ ਕਈ ਵਾਰੀ ਤਾੜੀਆਂ ਮਾਰਦੇ ਆ ਤੇ ਗੁਰਦੁਆਰਿਆਂ ਵਿੱਚ ਯੋਗੇ ਦੀਆਂ ਕਲਾਸਾਂ ਲੱਗਣ ਲੱਗ ਪਈਆਂ ਤੇ ਕਈ ਇੱਦਾਂ ਕਹਿਣ ਲੱਗ ਪਏ ਗੁਰੂ ਪਾਤਸ਼ਾਹ ਵੀ ਯੋਗਾ ਕਰਦੇ ਰਹੇ ਆ। ਉਹ ਓਮ ਬਲੋਮ ਕਰੋ, ਕਪਾਲ ਭਾਤੀ ਕਰੋ, ਜੋ ਮਰਜ਼ੀ ਕਰੋ, ਮਨਾਹੀ ਕੋਈ ਨਹੀਂ ਆ। ਪਰ ਗੁਰੂ ਨੇ ਤੇ ਯੋਗ ਮਤ ਦੀਆਂ ਧੱਜੀਆਂ ਉਡਾਈਆਂ ਨੇ। 730 ਅੰਕ ਦਾ ਸ਼ਬਦ ਪੜ੍ਹੋ, ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣਾ। ਜੋਗੀ ਕਹੀ ਹੈ ਸੋਈ ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈ ਹੈ, ਜੋਗ ਨਾ ਮੁੰਦੀ ਮੂੰਡ ਮੰਡਾਇਆ, ਜੋਗ ਨਾ ਸਿੰਘੀ ਵਾਈ ਹੈ, ਅੰਜਨ ਮਾਹੇ ਨਰੰਜਨ ਰਹੀ ਹੈ, ਜੋਗ ਜੁਗਤ ਐਵ ਪਾਈ ਹੈ। ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀ ਹੈ ਸੋਈ। ਪਰ ਸਾਡੇ ਸਮਾਜ ਦੀ ਇੱਕ ਬਹੁਤ ਜਿਹੜਾ ਪੱਖ ਇਹ ਆ ਕਿ ਪੋਲੀਟੀਕਲ ਲੋਕ ਵੀ ਕਈ ਵਾਰੀ 4 ਬੰਦਿਆਂ ਨੂੰ ਖੁਸ਼ ਕਰਨ ਵਾਲੇ ਇੱਦਾਂ ਦੀਆਂ ਸਟੇਟਮੈਂਟਾਂ ਦੇ ਦਿੰਦੇ ਨੇ, ਜਿਨ੍ਹਾਂ ਇਹ ਤਾਂ ਹੀ ਵਾਪਰ ਰਿਹਾ ਵਾ, ਅਸੀਂ ਸੁਚੇਤ ਨਹੀਂ ਹੈਗੇ। ਜਿੱਦਣ ਸਟੂਡੈਂਟ ਸੁਚੇਤ ਹੋਇਆ ਉਦਣ ਟੀਚਰ ਪੜ੍ਹਾਉਣ ਲੱਗਿਆਂ 100 ਵਾਰ ਸੋਚੇਗਾ ਵੀ ਆਹ ਜਿਹੜੀ ਗੱਲ ਹੈ ਗੁਰਮਤ ਅਨੁਕੂਲ ਹੈਗੀ ਹੈ ਕਿ ਨਹੀਂ ਹੈਗੀ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਤੋਂ ਹੁੰਦਿਆਂ ਹੋਇਆਂ ਜਦੋਂ ਹਜ਼ੂਰ ਸਾਹਿਬ ਪਹੁੰਚਦੇ ਨੇ ਤੇ ਇਤਿਹਾਸ ਵਿੱਚ ਲਿਖਿਆ ਮਿਲਦਾ ਵੀ ਬੰਦਾ ਸਿੰਘ ਬਹਾਦਰ ਦੀਆਂ ਹੁਣ ਅੱਖਾਂ ਖੋਲ੍ਹਣੀਆਂ ਨੇ। ਮਾਧੋ ਦਾਸ ਵੈਰਾਗੀ ਨੇ ਜਿਸ ਦਲਦਲ ਵਿੱਚ ਫਸਿਆ ਉਹ 'ਚੋਂ ਬਾਹਰ ਕਿਵੇਂ ਕੱਢਣਾ। ਹੁਣ ਪਾਤਸ਼ਾਹ ਨੂੰ ਪਤਾ ਕਿ ਉਹ ਮਾਧੋ ਦਾਸ ਵੈਰਾਗੀ ਹਜ਼ੂਰ ਸਾਹਿਬ ਦੇ ਏਰੀਏ ਦੇ ਵਿੱਚ ਹੈ, ਡੇਰਾ ਪਾ ਕੇ ਬੈਠਾ ਹੈ। ਪਾਤਸ਼ਾਹ ਉਹਦੇ ਡੇਰੇ ਜਾਂਦੇ ਨੇ। ਗੁਰੂ ਕੇ ਪਿਆਰੇ ਸਿੱਖ ਜਦੋਂ ਉੱਥੇ ਪਹੁੰਚਦੇ ਨੇ, ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਉੱਥੇ ਬੱਕਰੇ ਝਟਕਾਏ ਗਏ। ਇਹ ਗੱਲਾਂ ਕਈਆਂ ਨੂੰ ਅੱਜ ਹਜਮ ਨਹੀਂ ਹੁੰਦੀਆਂ ਕਿਉਂਕਿ ਅਸੀਂ ਇਹ ਸੋਚਦੇ ਪੰਥ ਹੀ ਨਹੀਂ ਹੈ। ਬੰਦਾ ਸਿੰਘ ਮਾਧੋ ਦਾਸ ਵੈਰਾਗੀ ਜਦੋਂ ਆਉਂਦਾ ਹੈ
ਉਹਦਾ ਡੇਰਾ ਖੂਨ ਨਾਲ ਲੱਥ-ਪੱਥ ਹੈ। ਉਹ ਆਉਂਦਿਆਂ ਪੁੱਛਦਾ ਹੈ, ਇਹ ਮੇਰੇ ਡੇਰੇ ਦੀ ਪਵਿੱਤਰਤਾ ਨੂੰ ਅਪਵਿੱਤਰਤਾ ਵਿੱਚ ਕਿਹਨੇ ਚੇਂਜ ਕੀਤਾ, ਕੌਣ ਹੈ? ਤੇ ਪਾਤਸ਼ਾਹ ਨੂੰ ਕਹਿੰਦੇ, ਭਾਈ ਤੂੰ ਪਛਾਣਿਆ ਨਹੀਂ ਸਾਨੂੰ, ਆਪਣੀ ਪਹਿਲਾਂ ਮਿਲਣੀ ਹੋ ਚੁੱਕੀ ਹੈ, ਆਪਾਂ ਅੱਜ ਤੋਂ ਕੁਝ ਸਾਲ ਪਹਿਲਾਂ ਦੇਹਰਾਦੂਨ ਦੇ ਇਲਾਕੇ 'ਚ ਮਿਲ ਚੁੱਕੇ ਹਾਂ। ਉਹ ਕਹਿੰਦਾ, ਜੀ ਮੇਰਾ ਤੁਸੀਂ ਡੇਰਾ ਅਪਵਿੱਤਰ ਕਰ ਦਿੱਤਾ, ਮੈਂ ਤਾਂ ਵੈਸ਼ਨਵ ਬੰਦਾ ਹਾਂ, ਮੈਂ ਤਾਂ ਕਿਸੇ ਦਾ ਕੋਈ ਪਾਪ ਨਹੀਂ ਕਰਦਾ, ਗੁਨਾਹ ਨਹੀਂ ਕਰਦਾ। ਪਾਤਸ਼ਾਹ ਕਹਿੰਦੇ, ਇੱਥੇ ਤਾਂ ਕੁਝ ਜਾਨਵਰ ਝਟਕਾਏ ਗਏ, ਤੈਨੂੰ ਖੂਨ ਲੱਗਾ, ਤੈਨੂੰ ਪਤਾ ਜਿਸ ਆ ਤੇਰਾ ਨਿੱਕਾ ਜਿਹਾ ਡੇਰਾ ਹੈ, ਆ ਧਰਤੀ ਵੀ ਇੱਕ ਡੇਰਾ ਹੈ, ਇਸ ਡੇਰੇ ਵਿੱਚ ਮਜਲੂਮਾਂ ਦਾ ਖੂਨ ਡੋਲਿਆ ਜਾ ਰਿਹਾ ਹੈ, ਨਿੱਕੇ ਨਿੱਕੇ ਬੱਚੇ ਕੋਹ ਕੇ ਮਾਰੇ ਜਾ ਰਹੇ ਨੇ। ਕਹਿੰਦਾ, ਜੀ ਹੈ ਕਿੱਥੇ, ਕੀ ਕੁਝ ਹੋ ਰਿਹਾ ਹੈ? ਜਿਉਂ-ਜਿਉਂ ਮਹਾਰਾਜ ਫਿਰ ਸਾਰਾ ਸੀਨ ਦੱਸਦੇ ਜਾਂਦੇ ਨੇ ਵੀ ਅਨੰਦਪੁਰ ਸਾਹਿਬ ਇੱਦਾਂ ਹੋਇਆ, ਇੱਦਾਂ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ, ਇੱਦਾਂ ਤਸੀਹੇ ਦਿੱਤੇ ਗਏ। ਇੰਝ ਲੱਗਾ ਜਿਵੇਂ ਕੋਈ ਬੰਦਾ ਸਵੇਰ ਦਾ ਥੱਕਿਆ ਸ਼ਾਮਾਂ ਨੂੰ ਇਸ਼ਨਾਨ ਕਰਦਾ ਨਾ, ਉਹਦੇ ਤਨ ਦੀ ਮਹਿਲ ਲੈਂਦੀ ਆ, ਉਹਨੂੰ ਇੰਝ ਲੱਗਾ ਯਾਰ ਕਿਸੇ ਨੇ ਮੇਰੇ ਅੰਦਰ ਨੂੰ ਜਗਾ ਦਿੱਤਾ ਹੈ। ਹੱਥ ਜੁੜਦੇ ਜਾਂਦੇ ਨੇ, ਚਰਨਾਂ 'ਤੇ ਡਿੱਗ ਪਿਆ, ਕਹਿੰਦਾ, ਸੱਚੀ ਦਾਤਾ ਇਹ ਗੱਲ ਸੱਚ ਹੈ, ਇੰਨਾ ਕੁਝ ਵਾਪਰ ਗਿਆ। ਅਤੇ ਮਾਧੋ ਦਾਸ ਵੈਰਾਗੀ ਨੂੰ ਗੁਰੂ ਪਾਤਸ਼ਾਹ ਜੀ ਫਿਰ ਖੰਡੇ ਦੀ ਪੌਲ ਛਕਾਉਂਦੇ ਨੇ। ਬੰਦਾ ਸਿੰਘ ਬਹਾਦਰ, ਗੁਰਬਖਸ਼ ਸਿੰਘ ਉਹਦਾ ਨਾਮ ਰੱਖਿਆ ਜਾਂਦਾ ਹੈ, ਬਹਾਦਰ ਉਹਨੂੰ ਖਿਤਾਬ ਦਿੱਤਾ ਜਾਂਦਾ ਹੈ। 5 ਗੁਰੂ ਕੇ ਪਿਆਰੇ ਸਿੱਖ ਨਾਲ ਤੋਰੇ ਜਾਂਦੇ ਨੇ, 20 ਹੋਰ ਸਿੱਖ ਜਿਨ੍ਹਾਂ 'ਚ ਭਾਈ ਬਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਸ ਸਿੰਘ, ਭਾਈ ਫਤਿਹ ਸਿੰਘ, ਭਾਈ ਰਾਣ ਸਿੰਘ ਅਤੇ ਨਾਲ 20 ਗੁਰੂ ਕੇ ਪਿਆਰੇ ਸਿੱਖ ਦੇ ਕੇ ਪੰਜਾਬ ਨੂੰ ਤੋਰਿਆ ਜਾਂਦਾ ਹੈ। ਹੁਣ 20 ਸਿੱਖ 5 ਪਿਆਰੇ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਤੁਰਦੇ ਨੇ, ਅਤੇ ਬੰਦਾ ਸਿੰਘ ਬਹਾਦਰ ਕੋਲ ਇੱਕੋ ਨਾਅਰਾ ਹੈ ਪੰਜਾਬ ਦੇ ਲੋਕਾਂ ਨੂੰ ਜਗਾਉਣ ਲਈ। ਕਿਹੜਾ ਭਲਾ? ਗਿਆਨੀ ਸੋਹਣ ਸਿੰਘ ਜੀ ਸ਼ੀਤਲ ਲਿਖਦੇ ਆ, ਇੱਕੋ ਨਾਅਰਾ ਸੀ ਕਿ ਆਓ ਪੰਜਾਬੀਓ, ਆਓ ਗੁਰੂ ਕੇ ਪਿਆਰੇ ਸਿੱਖੋ, ਤੁਹਾਨੂੰ ਸਰਹੰਦ ਅਤੇ ਫਤਿਹਗੜ੍ਹ ਸਾਹਿਬ ਤੁਹਾਨੂੰ ਆਵਾਜ਼ਾਂ ਮਾਰਦੀ ਆ, ਜਿੱਥੇ ਇੰਨਾ ਜ਼ੁਲਮ ਹੋਇਆ, ਇੰਨਾ ਕਹਿਰ ਕਮਾਇਆ ਗਿਆ। ਅਤੇ ਨਾਲ ਤੁਰਦੇ ਗਏ ਹੌਲੀ ਹੌਲੀ। ਸਭ ਤੋਂ ਪਹਿਲਾਂ ਸਮਾਣਾ ਮਾਲਵੇ ਦੀ ਰਾਜਧਾਨੀ ਸੀ। ਸਮਾਣੇ ਨੂੰ ਜਲਾਦਾਂ ਦਾ ਸ਼ਹਿਰ ਵੀ ਕਿਹਾ ਗਿਆ, ਕਿਉਂਕਿ ਸਮਾਣੇ ਦੇ 2 ਜਲਾਦ, ਇੱਕ ਤਾਂ ਜਿਹੜਾ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਸ ਜਲਾਦ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਕੀਤਾ ਸੀ, ਜਲਾਲੂਦੀਨ, ਉਹ ਵੀ ਸਮਾਣੇ ਦਾ ਸੀ। ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿਬਾ ਕਰਨ ਵਾਲਾ, ਸਿਰ ਧੜ ਨਾਲੋਂ ਅਲੱਗ ਕਰਨ ਵਾਲੇ ਸ਼ਾਸੁਲ ਬੇਗ ਅਤੇ ਬਾਸੁਲ ਬੇਗ, ਇਹ ਦੋਵੇਂ ਇਹ ਵੀ ਸਮਾਣੇ ਦੇ ਸੀ। ਤੋ ਬੰਦਾ ਸਿੰਘ ਬਹਾਦਰ ਨੇ ਇੱਕ ਗੱਲ ਦਾ ਖਿਆਲ ਰੱਖਿਓ, ਕਈ ਵਾਰੀ ਸਾਡੀ ਹਿਸਟਰੀ ਇੱਦਾਂ ਪੇਸ਼ ਕੀਤੀ ਜਾਂਦੀ ਵੀ ਸ਼ਾਇਦ ਗੁਰੂ ਪਾਤਸ਼ਾਹ ਅਤੇ ਗੁਰੂ ਦੇ ਸਿੱਖ ਕਿਸੇ ਮਜ਼ਹਬ, ਕਿਸੇ ਕੌਮ ਦੇ ਦੁਸ਼ਮਣ ਨੇ। ਨਾ, ਉੱਥੇ ਸਮਾਣੇ ਵਿੱਚ ਜਦੋਂ ਇਹ ਸਭ ਕੁਝ ਵਾਪਰਿਆ, ਬਹੁਤ ਮੁਸਲਮਾਨਾਂ ਨੇ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ, ਕਿਉਂਕਿ ਜ਼ੁਲਮ ਤੋਂ ਉਹ ਵੀ ਤੰਗ ਸੀ, ਉਹ ਵੀ ਬੜੇ ਪਰੇਸ਼ਾਨ ਸੀ, ਉਹ ਵੀ ਅਤਿਆਚਾਰ ਤੋਂ ਤੰਗ ਆ ਚੁੱਕੇ ਸੀ। ਉਹਨਾਂ ਸਾਥ ਦਿੱਤਾ, ਜਿਨ੍ਹਾਂ ਲੋਕਾਂ ਨੂੰ ਸੋਧਿਆ ਗਿਆ, ਸਜ਼ਾਵਾਂ ਦਿੱਤੀਆਂ ਗਈਆਂ। 5000 ਤੋਂ ਵੱਧ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਉਸ ਵਕਤ ਮੁਸਲਮਾਨ ਵੀ ਨਾਲ ਹੌਲੀ ਹੌਲੀ ਸ਼ਾਮਲ ਹੁੰਦਾ ਜਾਂਦਾ ਹੈ। ਕਿੰਨੇ ਹਿੰਦੂ ਪਰਿਵਾਰਾਂ ਦੇ ਵੀਰ ਵੀ ਨਾਲ ਸ਼ਾਮਲ ਹੁੰਦੇ ਜਾਂਦੇ ਨੇ। ਕਰਦਿਆਂ ਜਦੋਂ ਸਰਹੰਦ ਵੱਲ ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚੋਂ ਵਧਦਿਆਂ ਜਦੋਂ ਸਰਹੰਦ ਨੂੰ ਮਿੱਟੀ ਵਿੱਚ ਮਿਲਾਇਆ ਜਾਂਦਾ ਹੈ, ਉਦੋਂ ਸਮਾਂ ਆਉਂਦਾ 1709 ਦਾ। 1709 ਵਿੱਚ ਵਜ਼ੀਰ ਖਾਨ ਨੂੰ ਸੋਧਾ ਲਾਇਆ ਜਾਂਦਾ ਹੈ, ਅਤੇ ਭਾਈ ਬਾਜ ਸਿੰਘ ਆਪਣੀ ਕਿਰਪਾਨ ਦੇ ਨਾਲ ਵਜ਼ੀਰ ਖਾਨ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੰਦੇ ਨੇ। ਵਜ਼ੀਰ ਖਾਨ ਨੂੰ ਦਰਖਤ ਦੇ ਨਾਲ ਪੁੱਠਾ ਲਮਕਾਇਆ ਗਿਆ। ਮੁਸਲਮਾਨ ਦਫਨਾਉਂਦੇ ਨੇ, ਉਹਨੂੰ ਇਸ ਕਰਕੇ ਨਹੀਂ ਦਫਨਾਇਆ ਗਿਆ ਕਿ ਇਹ ਉਹ ਜ਼ਾਲਮ ਬਾਦਸ਼ਾਹ ਹੈ, ਇਹ ਉਹ ਜ਼ਾਲਮ ਸੂਬੇਦਾਰ ਹੈ ਜਿਹਦੇ ਰਾਜ ਵਿੱਚ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ, ਜਿਸ ਨੂੰ ਮਾਸਾ ਵੀ ਰਹਿਮ ਨਾ ਆਇਆ। ਚੰਦੂ, ਜਦੋਂ ਆਪਾਂ ਹਿਸਟਰੀ ਪੜ੍ਹਦੇ ਹਾਂ ਜੋ ਕੁਝ ਉਦੋਂ ਵਾਪਰਿਆ ਗੁਰੂ ਅਰਜਨ ਸਾਹਿਬ ਵੇਲੇ, ਉਸ ਤੋਂ ਬਾਅਦ ਸੁੱਚਾਨੰਦ ਖੱਤਰੀ ਦੀ ਜਦੋਂ ਗੱਲ ਆਉਂਦੀ ਹੈ, ਇਹਦੇ ਨੱਕ ਵਿੱਚ ਨਕੇਲ ਪਾ ਕੇ ਸਰਹੰਦ ਦੀਆਂ ਗਲੀਆਂ ਵਿੱਚ ਇਹਨੂੰ ਘੁਮਾਇਆ ਗਿਆ। ਇੱਕ ਚੇਤਾ ਰੱਖਿਓ, ਜਿਨ੍ਹਾਂ ਨੇ ਕਹਿਰ ਕਮਾਇਆ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ, ਅਤੇ ਜਿਨ੍ਹਾਂ ਨੇ ਕੋਈ ਚੰਗਾ ਕੀਤਾ ਉਹਨਾਂ ਨੂੰ ਇਨਾਮ ਵੀ ਦਿੱਤੇ। ਜਦੋਂ ਅਸੀਂ ਸੁੱਚਾਨੰਦ ਖੱਤਰੀ ਦੀ ਗੱਲ ਕਰਦੇ ਹਾਂ, ਉਹਨੂੰ ਗਲੀਆਂ ਦੇ ਵਿੱਚ ਘੁਮਾਇਆ ਗਿਆ, ਸਜ਼ਾਵਾਂ ਦਿੱਤੀਆਂ ਗਈਆਂ। ਸਰਹੰਦ ਦੇ ਉੱਤੇ ਜਦੋਂ ਆਪਣਾ ਖਾਲਸੇ ਨਿਸ਼ਾਨ ਝੁਲਾਇਆ ਗਿਆ, ਭਾਈ ਬਾਜ ਸਿੰਘ ਨੂੰ ਉੱਥੋਂ ਦਾ ਗਵਰਨਰ ਥਾਪਿਆ ਗਿਆ। ਅਤੇ ਅੱਗੇ ਸਮਾਂ ਆਉਂਦਾ ਹੈ ਕੁੰਮਾ ਮਾਸ਼ਕੀ, ਜਿਨ੍ਹਾਂ ਤੁਹਾਡੇ 'ਚੋਂ ਹਿਸਟਰੀ ਪੜ੍ਹੀ ਹੋਏਗੀ, ਜਦੋਂ ਸਾਹਿਬਜ਼ਾਦੇ ਜਦੋਂ ਸਰਸਾ ਪਾਰ ਕਰਕੇ ਮਾਤਾ ਗੁਜਰ ਕੌਰ ਜੀ ਜਾਂਦੇ ਨੇ, ਅਤੇ ਇੱਕ ਛੰਨ ਹੈ ਜਿਹਦੇ ਵਿੱਚ ਇੱਕ ਨਿੱਕਾ ਜਿਹਾ ਦੀਵਾ ਜਗਦਾ ਹੈ, ਅਤੇ ਕੁੰਮਾ ਮਾਸ਼ਕੀ ਆਪਣੀ ਛੰਨ 'ਚੋਂ ਬਾਹਰ ਆਉਂਦਾ ਹੈ। ਉਹ ਵੇਖਦਾ ਵੀ ਪੈਰ ਗਾਰੇ ਨਾਲ ਲਿਬੜੇ ਹੋਏ ਨੇ, ਬਸਤਰਾਂ ਦੇ ਉੱਤੇ ਗਾਰਾ ਪਿਆ ਵਾ। ਉਹ ਪੁੱਛਦਾ, ਜੀ ਤੁਸੀਂ ਕੌਣ? ਅਤੇ ਮਾਤਾ ਗੁਜਰ ਕੌਰ ਜੀ ਸਰਸਾ ਪਾਰ ਨਹੀਂ ਸੀ ਕਰ ਸਕੇ, ਕਿਉਂਕਿ ਉਹ ਜਦੋਂ ਘਟਨਾਵਾਂ ਵਾਪਰੀਆਂ ਨੇ। ਉਹ ਕਹਿੰਦੇ, ਪੁੱਤਰ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਵਾਂ, ਇਹ ਉਹਨਾਂ ਦੇ ਦੋਨੋਂ ਸਾਹਿਬਜ਼ਾਦੇ ਨੇ। ਅਤੇ ਕੁੰਮਾ ਮਾਸ਼ਕੀ ਆਂਦਾ, ਜੀ ਧੰਨ ਭਾਗ
आओ जी आया नूं अपनी छन विच बिठाया ते नाल एक निक्का जिहा पिंड सी जिथे माता लक्ष्मी नां दी औरत रहिंदी सी ते कुम्मा माशकी दा काम सी। जिवें अज टैक्सी वाले वीरां दा अपनी जॉब आ, वो टैक्सी चलाउंदे आ, वो अगले कस्टमर दे कोलों पैसे लैंदे आ। कुम्मे माशकी दी किरत सी, जे कोई सरसा पार करदा सी उहदे कोलों किरत लैंदा सी, वो अपना पैसा लैंदा सी, हक लैंदा सी जो दा सी। पर नाल माता लक्ष्मी ने एक गल कुम्मे नूं कही सी, कुम्मिया जे पुੱਤ आउंदियां जांदियां रात कोई यात्रू लेट हो जाए, उन्होंने रोटी पानी की लोड़ पवे तो अद्धी रात मेरा दरवाजा आण के बोलो जी, ये सेवा करती सी माता लक्ष्मी। कहती पुੱਤ जे किते अद्धी रात लोड़ पै जाए ना तो अपनी माँ नूं बुला लिया करी, मैं प्रशादा तैयार कर दिया करांगी, तू मेरे को प्रशादा लै जा करी। अज वो समा आ गया, कुम्मे ने वेख्या मेरी छन ते खाण लई कुछ नहीं हैगा, उन्हें अपनी छन दे विच साहबजादियां नूं ते माता गुजर कौर जी नूं बिठाया ते भज्जा भज्जा जाके माता लक्ष्मी का दरवाजा खड़काया। माता माता कहती पुੱਤ इन्ना लेट की गल घुम्या? कहता माँ अज गुरु गोबिंद सिंह महाराज जी के साहबजादे ते उन्हां दे माता जी अपनी छन विच आए ने। अंदाज़ा ला के वेखो समा कैसा होएगा। मैं गल दसना चाहुंदा कि जे बंदा सिंह बहादुर ने जिन्हां ने गलत काम कीते उन्होंने सजावां दित्तियां, जिन्हां साथ दिता उन्हां दा सन्मान भी किया। माता लक्ष्मी कहने लगी धन भाग दोवां जाने रल के जो भोजन जिन्ना तैयार हो सकता सी तैयार प्रशादा पानी किया। माता लक्ष्मी कुम्मे नूं प्रशादा फड़ा के पता की आंदी है, कहती पुत्र तू प्रशादा छका, सवेरे मैं प्रशाद पानी लैके आवांगी आप अपने हत्थां नाल। हुण माता लक्ष्मी जी सवेरे प्रशाद पानी लैके जदों उत्थे पहुँचते हैं उदों तक गंगू ब्राह्मण नूं पता लग चुका हुंदा है। कुम्मा सारी जिंदगी जदों तक वो जिउंदा रहा, वो पछताउंदा रहा, जे मैनूं पता हुंदा कि गंगू ब्राह्मण ने एक कहर कमाउणा मेरे कोलों साहबजादियां ते माता नूं नाल खड़ के जाके मुरंडे फड़ा देना, मैं कदी गंगू ब्राह्मण के हवाले साहबजादे ना करता। वो सारी जिंदगी पछताया। जदों सवेरे प्रशाद पानी छका के तोरिया गया, गंगू ब्राह्मण अगे लै गया। ये लंबी हिस्ट्री मैं सिर्फ संखेप मात्र दसना है। जदों बंदा सिंह बहादुर ने सरहंद के उत्ते खालसा निशान चलाया, उन्हें कल्ले कल्ले इलाके पुछया भी साहबजादे ते सिखां दा किन्ना किन्ना साथ दिता है, मैनूं लिस्टां बना के दिओ। पिंडां दीआं पंचायतां नूं पुछया गया, उन्हां विचों नां आया भाई कुम्मे दा, बाबा कुम्मा जी। बाबा कुम्मा जी नूं इन्नी रिस्पैक्ट दित्ती बाबा बंदा सिंह बहादुर ने, भरी सभा दे विच बाबा बंदा सिंह बहादुर ने उन्होंने सन्मान किया। तो तुसीं हैरान हो गए, कुम्मा माशकी खंडे की पौह लैके सरदार करम सिंह बनता मुड़ के। जिन्नियां बाद में जंगां होईयां ना, उन्हां जंगां विच बाबा करम सिंह बंदा सिंह बहादुर के मोढे नाल मोढा जोड़ के जंगां लड़ते रहे। एक किरदार, एक करैक्टर, माता लक्ष्मी का सन्मान किया गया। हुण माता लक्ष्मी हिंदू परिवार चों है, कुम्मा माशकी मुसलमान परिवार चों। निहंग खां साडे ते कई दिमाग 'च जहर पाया जाता भी किसी जात, वो गुरु प्यारिओ अपनी हिस्टरी पढ़ के वेखो, सिख कौम तो है ही एडी कमाल की कौम, सिर्फ जुल्म के विरोध है। जुल्म करने वाला भावें मुसलमान होवे भावें हिंदू होवे, मैं कहना भावें कोई दस्तार धार के भी जुल्म करने वाला होवे, सिख कौम उहदा भी विरोध करेगी। गल जुल्म की है। अपने बच्चों 'च यह जहर कभी नहीं पाउणा। हुण निहंग खां दा किरदार कित्थों लभोगे, जिहदे घर भाई बचित्र सिंह जख्मी हालत में लैके जदों बाबा अजीत सिंह पहुँचते हैं तो पता है भी पिछों फौजां चढ़ के आ रही ने, तो उत्थे फिर गुरु गोबिंद सिंह महाराज उस तो पहलां उत्थे पहुँचे ने निहंग खां दे घर। तो उत्थे पातशाह जी फिर कहंदे निहंग खां जी तुसीं भाई बचित्र सिंह नूं सांभो, असीं अगे चलदे हां, क्योंकि पैड़ा नपदी फौज पिछे जरूर आएगी। ओह गल होई, फौजदार लभदे जदों घर आए, एक कमरे दे विच निहंग खां ने भाई बचित्र सिंह की सेवा संभाल वास्ते अपनी धी नूं ला दिता, तू इहदी सेवा संभाल कर। तो जदों सिपाही आण के पुछदे जी इस कमरे 'च कौन आ, तो करैक्टर वेखो निहंग खां दा, कहंदा जी मेरी धी ते मेरा जवाई इस कमरे 'च लेटे आ। सवेरे 4 बजे भाई बचित्र सिंह ने आखिरी साह लिया। निहंग खां मैं वो जगह वेख के आया कोटले, जिथे निहंग खां दा अपना घर है, खूह के लागे पिंड के बंदे सद के तड़के 4 बजे निहंग खां ने संस्कार कराया। इन्ना को उन्होंने चेता, असी मुसलमान हाँ पर सिखां दे विच कोई दफनाउंदा नहीं। उन्हां औखियां समियां दे विच भी इस मर्यादा का ध्यान रखिया। भाई बचित्र सिंह का घर के खूह के कंढे ते संस्कार किया गया। वक्त आया जिदण अपनी धी का निकाह करना सी, अपनी धी नूं कोल बुला के निहंग खां कहंदा धीए समा आ गया तेरा निकाह कर दईए। तो धी अग्यों कहंदी जी मैं तो पहले ही सुहागण हाँ, मेरा तो भाई बचित्र सिंह की मैं पत्नी हाँ, मेरा तो पहले ही आनंद कारज हो चुका। तुसीं आप ही तो कहा सी धी जवाई लम्मे पए ने। सारी जिंदगी निहंग खां की धी ने
ਮੁੜ ਕੇ ਨਿਕਾਹ ਨਹੀਂ ਕਰਾਇਆ। ਇਹ ਕਰੈਕਟਰ ਹੈ ਨਿਹੰਗ ਖਾਂ ਦੀ ਧੀ ਦਾ ਅਤੇ ਨਿਹੰਗ ਖਾਂ ਦਾ। ਅੱਜ ਕਈ ਵਾਰੀ ਨਾ ਬਾਪ ਜ਼ਬਾਨ ਦੇ ਲੈਂਦਾ, ਮੇਰੀ ਧੀਓ, ਮੈਂ ਭੈਣੋ ਬੇਨਤੀ ਪਹਿਲਾਂ ਮਾਫੀ ਮੰਗ ਲਵਾਂ, ਛਿੱਕੇ 'ਤੇ ਟੰਗ ਦਿੰਦੀ ਹੈ ਔਲਾਦ ਕਈ ਵਾਰੀ ਮਾਂ ਬਾਪ ਦੀ ਦਿੱਤੀ ਜ਼ਬਾਨ ਨੂੰ। ਪਰਿਆਂ ਪੰਚਾਇਤਾਂ 'ਚ ਫੈਸਲੇ ਕਰਨ ਵਾਲਾ ਪਿਓ ਕਈ ਵਾਰੀ ਸਾਰੀ ਜ਼ਿੰਦਗੀ ਔਲਾਦ ਦੇ ਕੀਤੇ ਗਲਤ ਫੈਸਲਿਆਂ ਕਰਕੇ ਘਰੋਂ ਨਿਕਲਣ ਜੋਗਾ ਨਹੀਂ ਰਹਿੰਦਾ। ਅਮੀਰੀ ਕਿਰਦਾਰ ਦੀ ਹੈ। ਨਾਟਕ ਚੇਟਕ ਵੇਖੋ, ਮਨਾ ਕੋਈ ਨਹੀਂ, ਪਰ ਆਪਣੇ ਕਿਰਦਾਰ, ਆਪਣੇ ਕਰੈਕਟਰ ਵਿੱਚੋਂ ਇੱਕ ਵਾਰੀ ਆਪਣੀਆਂ ਧੀਆਂ ਨੂੰ ਦੱਸੋ ਜ਼ਰੂਰ ਕਿ ਜਿੰਨੀ ਆਜ਼ਾਦੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਔਰਤ ਨੂੰ, ਨਹੀਂ ਦੁਨੀਆ ਦੇ ਵਿੱਚ ਕੋਈ ਮਜ਼ਹਬ ਹੈਗਾ ਜਿਹੜਾ ਔਰਤ ਨੂੰ ਇੰਨੀ ਆਜ਼ਾਦੀ ਦੇ ਸਕੇ ਯਾਰ। ਜਿੱਥੇ ਬਾਣੀ ਰਚਣ ਲੱਗਿਆ ਪਾਤਸ਼ਾਹ ਨੇ ਆਖਿਆ ਜਗ ਇਸ ਜਗ ਮੈਂ ਪੁਰਖ ਏਕ ਹੈ, ਜਿੱਥੇ ਤੁਲਸੀਦਾਸ ਵਰਗੇ ਆਂਦੇ ਹੋਣ ਯਾਰ ਔਰਤ ਨੂੰ ਪਸ਼ੂਆਂ ਦੀ ਕਤਾਰ 'ਚ ਲਿਆ ਕੇ ਖੜਾ ਕਰ ਦਿੱਤਾ ਉਹਨੇ ਕਿਹਾ ਭਾਵੇਂ ਪਸ਼ੂ ਹੈ, ਭਾਵੇਂ ਸ਼ੂਦਰ ਹੈ, ਭਾਵੇਂ ਢੋਲ ਹੈ, ਭਾਵੇਂ ਨਾਰੀ ਹੈ, ਹੁੰਦਾ ਪੰਜ ਉਤਾੜਨ ਕੇ ਅਧਿਕਾਰੀ। ਤੇ ਸਾਡੇ ਪਾਤਸ਼ਾਹ ਕਹਿੰਦੇ ਹੁਣ ਸੋ ਕੋ ਮੰਦਾ ਆਖੀਐ ਜਿਤ ਜੰਮੈ ਰਾਜਾਨ। ਕਿੱਥੋਂ ਤੁਰਿਆ ਕਿਰਦਾਰ ਤੇ ਕਿੱਥੇ ਆਣ ਖਲੋਤਾ। 10 ਦੀਆਂ 10 ਪਾਤਸ਼ਾਹੀਆਂ ਵਿੱਚੋਂ ਸਵਾਏ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ 9 ਦੀਆਂ 9 ਪਾਤਸ਼ਾਹੀਆਂ ਹੀ ਗ੍ਰਸਤੀ ਨੇ, ਆਨੰਦ ਕਾਰਜ ਕਰਾਏ। ਇੱਥੇ ਕਿਸੇ ਨੇ ਗੱਦੀ ਦੇਣੀ ਹੋਵੇ ਪਹਿਲਾਂ ਪੁੱਛਿਆ ਜਾਂਦਾ ਤੂੰ ਵਿਆਹ ਤਾਂ ਨਹੀਂ ਕਰਾਇਆ, ਜੇ ਵਿਆਹ ਕਰਾਇਆ ਤੈਨੂੰ ਵਿਹੰਗਮ ਰਹਿਣਾ ਪੈਣਾ ਇਸ ਤੋਂ ਬਾਅਦ। ਪਾਤਸ਼ਾਹ ਨੇ ਇੱਕ ਵਾਰ ਨਹੀਂ ਕਿਹਾ ਬਾਬਾ ਲਹਿਣਾ ਜੀ ਤੁਹਾਨੂੰ ਮੈਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇਣ ਲੱਗਿਆ, ਪਰਿਵਾਰ 'ਚ ਨਾ ਜਾਇਓ ਨਾ। ਉਹਨਾਂ ਨੂੰ ਭੇਜਿਆ ਹੀ ਖਡੂਰ ਸਾਹਿਬ। ਤੇ ਬੰਦਾ ਸਿੰਘ ਬਹਾਦਰ ਨਾਲ ਸਭ ਤੋਂ ਵੱਡੀ ਬੇਇਨਸਾਫੀ ਪਤਾ ਕਿਹੜੀ ਕੀਤੀ? ਗੁਰੂ ਸਾਹਿਬ ਨੇ ਆਖਿਆ ਸੀ ਬੰਦਾ ਸਿਆਂ ਤੂੰ ਵਿਆਹ ਨਾ ਕਰਾਈ, ਉਹਨੇ ਵਿਆਹ ਕਰਾ ਲਿਆ। ਉਹ ਜਿਹੜਾ ਪਿਓ ਆਪ ਵਿਆਹ ਕਰਾਏ ਆਪਣੇ ਪੁੱਤਰ ਨੂੰ ਆਨੰਦ ਕਾਰਜ ਕਰਨ ਤੋਂ ਕਿਵੇਂ ਰੋਕ ਸਕਦਾ ਹੈ? ਉਹ ਆਪ ਜੇ ਆਪ ਗ੍ਰਸਤੀ ਹੋਏਗਾ ਉਹ ਆਪਣੇ ਬੱਚੇ ਨੂੰ ਕਿਉਂ ਰੋਕੇਗਾ? ਇਸੇ ਕਰਕੇ ਹੋਇਆ। ਇਹ ਉਹਨਾਂ ਨਾਲ ਹੁੰਦਾ ਹੈ ਜਿਹੜੀਆਂ ਕੌਮਾਂ ਗਫਲਤ ਦੀ ਨੀਂਦ ਵਿੱਚ ਸੌਂ ਜਾਣ, ਜਿਹੜੀਆਂ ਆਪਸ ਵਿੱਚ ਲੜਦੀਆਂ ਰਹਿਣ। ਅਗਲੇ ਕਹਿੰਦੇ ਪਾਓ ਫੁੱਟ। ਅੱਜ RSS ਕਹਿੰਦੀ ਹੈ ਬੰਦਾ ਬੈਰਾਗੀ, ਉਹ ਬੈਰਾਗੀ ਕਹਿੰਦੇ ਨੇ ਅਜੇ ਵੀ, ਜਿਹਦੇ 4 ਸਾਲ 7 ਮਹੀਨੇ ਦੇ ਸਾਹਿਬਜ਼ਾਦਾ ਦਾ ਦਿਲ ਕੱਢ ਕੇ ਬਾਪ ਦੇ ਮੂੰਹ 'ਚ ਪਾਇਆ ਗਿਆ। ਪੁੱਤਰ ਦਾ ਐਕਸੀਡੈਂਟ ਹੋਵੇ ਤੇ ਬਾਪ ਕੋਲੋਂ ਲਾਸ਼ ਨਹੀਂ ਵੇਖੀ ਜਾਂਦੀ, ਜਿਉਂਦੇ ਬੱਚੇ ਦਾ ਦਿਲ ਕੱਢ ਕੇ ਬਾਪ ਦੇ ਮੂੰਹ 'ਚ ਪਾਇਆ ਗਿਆ, ਬਾਪ ਡੋਲਿਆ ਨਹੀਂ। ਸਿਦਕ ਲੱਭੋਗੇ ਇੱਦਾਂ ਦਾ ਤਵਾਰੀਖ ਇਤਿਹਾਸ ਤੁਹਾਨੂੰ ਕਿਤੇ ਜਿਵੇਂ ਸਾਖੀ ਸੁਣਾਉਣੀ ਵੀ ਬੜੀ ਸੌਖੀ ਹੈ ਤੇ ਸੁਣਨੀ ਵੀ ਬੜੀ ਸੌਖੀ ਹੈ। ਇਹਨੂੰ ਇੱਕ ਵਾਰ ਆਪਣੇ ਜ਼ਿਹਨ ਵਿੱਚ ਧਾਰਨ ਕਰਕੇ ਵੇਖਿਓ ਕਿੱਡਾ ਚੜ੍ਹਦੀ ਕਲਾ ਵਾਲਾ ਸਾਡੇ ਕੋਲ ਇਤਿਹਾਸ ਹੈ। ਬੰਦਾ ਸਿੰਘ ਬਹਾਦਰ ਨੇ ਇਕੱਲੇ ਇਕੱਲੇ ਨੂੰ ਸਨਮਾਨ ਦਿੱਤਾ। ਵਕਤ ਆਪਣੀ ਰਫ਼ਤਾਰ ਤੁਰਦਾ ਗਿਆ। ਬੜੀਆਂ ਘਟਨਾਵਾਂ ਨੇ ਇਤਿਹਾਸ ਵਿੱਚ। ਜਦੋਂ ਲੋਹਗੜ੍ਹ ਦੇ ਕਿਲ੍ਹੇ ਨੂੰ ਸਰ ਕੀਤਾ ਨਾ, ਉਹਦੇ ਵਿੱਚ ਇੱਕ ਗੁਲਾਬੂਦੀਨ ਨਾਂ ਦਾ ਬੰਦਾ ਆਉਂਦਾ ਜਿਹੜਾ ਤੰਬਾਕੂ ਵੇਚਦਾ ਸੀ ਬਾਦਸ਼ਾਹ ਦੀ ਫੌਜ ਤੋਂ। ਉਹ ਇੰਨਾ ਪ੍ਰਭਾਵਿਤ ਹੋਇਆ ਬੰਦਾ ਸਿੰਘ ਬਹਾਦਰ ਦੇ ਕਿਰਦਾਰ ਤੋਂ, ਕਰੈਕਟਰ ਤੋਂ, ਉਹ ਸਿੱਖੀ 'ਚ ਆ ਗਿਆ। ਉਹਦਾ ਨਾਮ ਮੁੜ ਕੇ ਗੁਲਾਬ ਸਿੰਘ ਆਉਂਦਾ। ਜਦੋਂ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਸ਼ਹੀਦ ਕੀਤਾ ਜਾਂਦਾ ਨਾ, ਉਹਨਾਂ ਵਿੱਚ ਉਹ ਵੀ ਹੈ ਇੱਕ, ਉਹਦਾ ਨਾਂ ਹੈ ਗੁਲਾਬ ਸਿੰਘ। ਕਦੀ ਤੰਬਾਕੂ ਵੇਚਦਾ ਸੀ ਫੌਜਾਂ ਦੇ ਵਿੱਚ ਤੇ ਸਿੱਖੀ ਦੇ ਕਿਰਦਾਰ ਤੋਂ ਇੰਨਾ ਪ੍ਰਭਾਵਿਤ ਹੋ ਗਿਆ, ਉਹ ਗੁਲਾਬੂਦੀਨ ਨਾ ਰਿਹਾ, ਉਹ ਗੁਲਾਬ ਸਿੰਘ ਬਣ ਗਿਆ, ਗੁਰੂ ਦੇ ਚਰਨਾਂ ਦਾ ਭੌਰਾ ਬਣ ਗਿਆ। ਇੱਕ ਚੇਤਾ ਹੋਰ ਰੱਖਿਓ, ਦੂਜੀਆਂ ਮਜ਼ਹਬਾਂ 'ਚ ਧੱਕੇ ਨਾਲ ਅਗਲੇ ਕਹਿੰਦੇ ਰਹੇ ਸਾਡੇ ਇਸਲਾਮ 'ਚ ਆ, ਸਾਡੇ ਮਜ਼ਹਬ 'ਚ ਆ। ਤੁਹਾਨੂੰ ਪੂਰੀ ਸਿੱਖ ਕੌਮ ਦੀ ਹਿਸਟਰੀ 'ਚ ਇੱਕ ਇੱਦਾਂ ਦਾ ਪਾਤਰ ਨਹੀਂ ਮਿਲੇਗਾ ਜਿੱਥੇ ਕਿਸੇ ਦੇ ਕੰਨ ਦੇ ਉੱਤੇ ਇੱਦਾਂ ਗੋਲੀ ਰੱਖੀ ਹੋਵੇ, ਤਲਵਾਰ ਰੱਖੀ ਹੋਵੇ ਕਿ ਸਿੱਖੀ ਧਾਰਨ ਕਰ। ਸਿੱਖੀ ਪਿਆਰ ਦੀ ਖੇਡ ਸੀ ਯਾਰ। ਕਰਤਾਰਪੁਰ ਜਿਹੜਾ ਆਪਾਂ ਜਲੰਧਰ ਤੋਂ ਜਾਂਦੇ ਹਾਂ ਅੰਮ੍ਰਿਤਸਰ ਨੂੰ, ਇਹ ਕਰਤਾਰਪੁਰ ਗੁਰੂ ਅਰਜਨ ਸਾਹਿਬ ਜੀ ਵੇਲੇ ਵਸਿਆ। ਗੁਰੂ ਅਰਜਨ ਸਾਹਿਬ ਨੇ ਵਸਾਇਆ ਸੀ ਤੇ ਗਵਰਨਰ ਸੀ ਜਲੰਧਰ ਦਾ। ਮੁਸਲਮਾਨ ਗਵਰਨਰ ਤੇ ਪ੍ਰਭਾਵਿਤ ਹੋ ਗਿਆ ਗੁਰੂ ਅਰਜਨ ਸਾਹਿਬ ਤੋਂ। ਕਹਿੰਦਾ ਪਾਤਸ਼ਾਹ ਮੈਂ ਤੁਹਾਡੀ ਸਿੱਖੀ ਤੋਂ ਬੜਾ ਪ੍ਰਭਾਵਿਤ ਹਾਂ, ਮੈਂ ਚਾਹੁੰਦਾ ਮੇਰੇ ਇਲਾਕੇ 'ਚ ਇੱਕ ਸਿੱਖੀ ਸੈਂਟਰ ਖੁੱਲ੍ਹੇ। ਤੇ ਕਰਤਾਰਪੁਰ ਉਹਨੇ ਸਿੱਖੀ ਸੈਂਟਰ ਖੁਲਾਇਆ। ਕਿਉਂ? ਕਿਉਂਕਿ ਸਿੱਖੀ ਇੰਨੀ ਸੌਖੀ ਸੀ, ਅੱਜ ਇੰਨੀ ਔਖੀ ਬਣਾ ਕੇ ਪੇਸ਼ ਕੀਤੀ ਗਈ ਕਿ ਸਾਡੇ ਬੱਚੇ ਬੱਚੀਆਂ ਵੀ ਸਿੱਖੀ ਵਾਲੇ ਬਣੇ ਆਉਣ ਨੂੰ ਤਿਆਰ ਨੇ। ਸਿੱਖੀ ਔਖੀ ਨਹੀਂ, ਸਿੱਖੀ ਦੇ ਨਾਂ 'ਤੇ ਜੋ ਪਖੰਡ ਸਮਾਜ ਵੀ ਦੱਸਿਆ ਜਾ ਰਿਹਾ ਹੈ ਉਹ ਥੋੜ੍ਹਾ ਜਿਹਾ ਔਖਾ ਲੱਗਦਾ। ਸਿੱਖੀ ਤੇ ਪਿਆਰੀ ਬੜੀ ਹੈ। ਤੁਹਾਡਾ ਪੁੱਤਰ ਅਫਸਰ ਬਣੇ, ਬਿਜ਼ਨਸਮੈਨ ਬਣੇ, ਵੱਡੇ ਤੋਂ ਵੱਡੇ ਕਾਰੋਬਾਰ ਜਾਵੇ, ਇੱਕ ਵਾਰ ਆਪਣੇ ਸਤਿਗੁਰ ਦੀ ਬਾਣੀ ਪੜ੍ਹੇਗਾ, ਉਹਨੂੰ ਮਾਣ ਮਹਿਸੂਸ ਹੋਏਗਾ ਕਿ ਇੱਦਾਂ ਦੀ ਹਿਸਟਰੀ, ਇੱਦਾਂ ਦਾ ਇਤਿਹਾਸ ਦੁਨੀਆ ਦੇ ਕਿਸੇ ਪੰਨੇ 'ਤੇ ਸਾਨੂੰ ਮਿਲਦਾ ਹੀ ਨਹੀਂ, ਮਿਲਦਾ ਹੀ ਨਹੀਂ। ਐਡੀ ਕਮਾਲ ਦੀ ਗੱਲ, ਐਡੀ ਕਮਾਲ ਦੀ ਵਿਚਾਰਧਾਰਾ। ਬੰਦਾ ਸਿੰਘ ਬਹਾਦਰ ਸਮਾਂ ਆਪਣੀ ਰਫ਼ਤਾਰ ਤੁਰਿਆ ਜਾਂਦਾ ਹੈ। ਗੁਰਦਾਸ ਨੰਗਲ ਦੀ ਗੜੀ ਵਿੱਚੋਂ ਬੰਦਾ ਸਿੰਘ ਬਹਾਦਰ ਨੂੰ ਤੇ 200 ਨਾਲ ਹੋਰ ਜਾਣੇ ਨੇ ਜਿਨ੍ਹਾਂ ਦੇ ਸਮੇਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਹੁਣ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਕੇ ਜਾਣਾ ਹੈ, ਹੁਣ ਸ਼ਰਮ ਆਉਂਦੀ ਹੈ ਅਫਸਰਾਂ ਨੂੰ
उन्हें आखना इन्ने महीने घेरा पिया रहा, बंदे 200। फिर इन्हां गश्ती फौजां छड्डियां पिंडां विच, ਵੱਖ-ਵੱਖ इलाकिਆਂ 'चों फौजां ने बंदे फड़ने शुरू किए। उन्हां विचों एक मुश्क-फुट गभरू जिहदे विआह नूं अजे कुछ दिन होए ने, इंज कह लो भी अजे विआह ताज़ा होया, वो भी फड़ के नाल लै गए। करदियां करदियां इन्हां दी गिनती आउंदी 740। फड़े सी गुरदास नंगल की गढ़ी चों केवल 200, 740 बाकी 540 इन्हां ने ਵੱਖ-ਵੱਖ पिंडां विचों फड़ के दिल्ली वाल नूं लै गए। रोज़ 100 जाने का सिर कलम किया जाता दिल्ली की धरती पर। तो जो सिर कलम करते आ, नेजियां ते टांके दहशत फैलाई जाती आ, दहशत फैलाई जाती भी अगे तो कोई भी हुकूमत के विरुद्ध आवाज़ उठाने की जुरत ना करे। लगातार 7 दिन ये कहर चलता रहा, मगर जोड़े 40 रह गए। हुण तुसीं की कहोगे जोड़े 40 सी उन्हां ते वो रहम कर रहे सी? नहीं, वो मेन आगू सी। ते आगुआं तो पहला बाकी कल्ले कल्ले सिख। अच्छा, जिहड़े जिन्ने राइटर लिखण वाले आ उन्हां विचों बहुते मुसलमान आ जिन्हां ने अपनी अखीं चीज़ां वेखियां। वो कहंदे असीं एक भी सिख नूं कंबदे नहीं वेखिया, ते एक भी सिख नूं सिੱਖੀ सिदक छड्डदे नहीं वेखिया। कहंदे हैगे असीं तमाशबीन सी। वो अपने राइटर लिखते आ, वो कहंदे असीं वेखण बहुते तमाशा वेखण आए सी, वेखिए भला ये वड्डियां वड्डियां गल्लां करदे आ। अज जदों इन्हां सामने तलवारां आउणगीਆਂ, ये अग्यों भीख मंगणगे भी सानू जान बख्शी कर दिओ। कहंदे एक भी सिख असीं लिलकड़ियां कढ़दियां नहीं वेखिया। शहादत दे जाम पींदे गए। जिदन बंदा सिंह बहादुर की वारी आई, उस तो पहला भाई बाज सिंह जो हथ घड़ियां ला के लिया गया ना, तो फ्रैक्चर बादशाह कहंदा वो तुहाडे चों बाज सिंह किहड़ा? ते भाई बाज सिंह कहंदा जी वो मैं आ। कहंदे तेरी बड़ी बहादुरी सुनी मैं अपनियां सिपाहियां कोलों, मेरे फौजदार दसदे आ कि बाज सिंह बड़ा फुर्तीला वा, विखा सकदा अपनी बहादुरी? कहंदा जी आग्या दे हुणे ही बहादुरी विखा सकदे। उन्हां कहा इन्ने दिनों का भुखा प्यासा, इन्ने जख्म इहदे शरीर ते, यह भुखा प्यासा की कर लूँ? उन्हें अपने सिपाहियां नूं आग्या दी भी कुछ समय ले हाथ खोल दिओ, छड्ड दिओ इहनूं। हुण अंदाज़ा लाओ, जिहड़े कोल खलोते सी 3 बंदियां नूं ते बास ने उत्थे ही झपट मार के नाल ही नप लिया। जदों वेखिया भी कहर मचना शुरू हो गया, नाल ही फ्रैक्चर बादशाह ने आग्या दी फड़ लो इहनूं। उत्थे नाल रौला पै गया भी अजे वेख लो भी इन्हां दे कैद विच वा, ते 3-4 बंदियां नूं नाल ही खत्म करता। जे आज़ाद होण ते की करनगे, किन्ने दिनां दे भुखे ने। हुण इह तों पता लगदा सी भी एडी एडी क्वालिटी वाले सिख, एडे एडे किरदार वाले सिख, एडे एडे करैक्टर वाले सिख कल्ले कल्ले नूं शहीद किया जाता। उन्हां विच जदों ही जिहड़ा मुश्क-फुट गभरू बच्चा फड़ के लिआंदा सी, माँ भी मगर विचारी विलकदी पहुँचदी, पुछ पछाउंदी भी की हो गया मेरे बच्चे नाल। वो जदों बादशाह दरबार च पहुँचदी है, कहंदी जी मेरा बच्चा ना 4 दिन पहलां तो उहदा आनंद कारज कीता सी, तुहाडे सिपाही भुलेखे ना मेरे बच्चे नूं फड़ के लै आए आ। वो तो सिख है ही नहीं, सगों सिखां ने तो उन्होंने कैद किया। उन्हें हमदर्दी लैण दे मारियां कह दी कि मेरे बच्चे नूं तो पहले सिखां ने कैद किया, वो तो सिख है ही नहीं आ, वो तो मूँह ते दाढ़ी भी नहीं आई। उन्हें कहा ठीक है बीबा, जे तेरा बच्चा सिख नहीं है, भुलेखे ना फड़िया गया तो छड्ड दिंदे। उन्हें कहा ठीक है जी। नाल अफसर भेजे अपना, जिथे सारा घटना वापर रही सी, कहंदे उत्थे जाके दस दिओ। अजे जलाद वार कर लगा सी, काजी फतवा पढ़न लगा सी, जाके अफसर ने चिट्ठी विखाती जी बादशाह वालों लैटर आया वा, आ जड़ा बच्चा इनू छड्ड दिता जाए। उन्होंने पूछा गया काका तेरी रिहाई है, तू जा सकदा? कहता जी क्यों? कहता एक माता आई आ, वो कहती जिहड़ा मेरा पुत्त वो सिख नहीं आ। उन्हें जो माँ वाल वेख के कहता जी मैं तो इस बीबी नूं जानदा ही नहीं मैं पुत्त तेरी माँ वा। आंदा सच्ची जे मेरी माँ वा ना तो फिर माँ तू झूठ बोलदी आ, मैं तो गुरु का सिख वां। तू ही तो मैनूं लोरियां दे के गुरमत की दृढ़ कराउंदी गई। माँ की ममता जाग गई, पर बच्चे के अंदर दृढ़ता को अपने भरावां नूं वेखदा। कुछ दिन अजे आनंद कारज नूं होए सी, एक वो किरदार ते अज कोई सानूं माड़ा जिहा लालच देवे ना, कवे सिੱਖੀ छड्ड। क्यों साध संगत जी? कहंदा सिੱਖੀ पहलां छड्डी, दसो जी की कराउणा मेरे कोलों? सिੱਖੀ किरदार का नाम है, सिੱਖੀ करैक्टर का नाम। इत्थे लालच कोई नहीं, इत्थे ये नहीं तेरा गोडा ठीक करांगे, तेरा मोढा ठीक करांगे, तेरा कारोबार चलेगा। ये सिदक का नाम है। तो सिदक वाले जिहड़े सिੱਖੀ निभाउण वाले सी ना, जाना कुर्बान करके, एवें थोड़ा अरदास विच पहरा आउंदा ते तिन्हां दी कमाई का ध्यान धर के बोलो जी, बोलो जी। वो किहड़ी कमाई? वो किरदार की कमाई आ, वो करैक्टर की कमाई आ। वो किरदार सी, वो करैक्टर सी। उस माँ की ममता जाग पई, पर जो माँ नूं पुत्त ने कहता मेरी माँ झूठ बोलदी आ,
पर किते ना किते फिर क्या पुत्रा मैं तो सोचती सी मैं अपने पुੱਤ ਨੂੰ बचा लाँगी, पर मेरी दिती हुई गुड़ती, मेरे दिते हुए संस्कार सच्ची गल है तेरे अंदरों इन्नी जगह कर गए। वो बच्चा भी शहादत का जाम पी गया, कल्ले कल्ले सिख नूं शहीद किया गया। जदों वारी आई बाबा बंदा सिंह बहादुर दी तो उन्होंने सामने 4 साल 7 महीने का साहिबजादा जिहदा नाम अजय सिंह करके आउंदा है, ਉਹਦੀ गोद विच लम्मा पाउंदे ने ते बंदा सिंह बहादुर नूं जलाद कहता है आ लै छुरा ते अपने बच्चे का दिल कढ़, इनू आप अपने हत्थी खत्म कर। बंदा सिंह बहादुर कहता मेरी गोद विच अपना बच्चा पा दिओ तुसीं, मेरे कोलों फिर भी यह गुनाह नहीं होना, क्योंकि असी करैक्टर दे हाँ, असी किरदार दे मालक हाँ। साडे गुरु ने सानू ये सिखाया, असी किसी ने हत्थे ते वार नहीं करते, किसी बच्चे ते जुल्म नहीं करते। ओ पापीओ ये तो मेरा साहबजादा, तुसीं अपना भी पुत्र लिया के मेरी गोद विच पाओगे, मैं उहदे ते भी वार नहीं कर सकता। ये लिखतां विरोधियों को एक बारी सोचने लिए मजबूर कर गया, यार किस मिट्टी के बने ने। नहीं तो बंदा कई बारी ना दुश्मनी कढ़दा कढ़दा पता की आंदा, ये बच्चों तो बदला लो, ये प्यो ने इंज किया सी। अच्छा किरदार के मालक इन्हां विच भी हैगे सी। शेर मुहम्मद खान मलेरकोटले का नवाब किरदार का मालक से, उसके भरा नार खान नूं चमकौर साहब की गढ़ी च गुरु गोबिंद सिंह महाराज ने बाहर मारिया सी। जदों सभा लगी तो क्या शेर मुहम्मद खान नूं अपने भरा का बदला ले ला, आंदा मैं इन्ना पापी नहीं हैगा, मेरे भरा नूं गुरु गोबिंद सिंह ने मैदान जंग च खत्म किया, तो मैं साहबजादियां ते इन्हां मासूम बच्चों के उत्ते जुल्म करा, मैं पाप नहीं करांगा, मैं लड़ के मैदान जंग च बदला लवांगा। अज भी मुसलमान उस नवाब का पूरी दुनिया के उत्ते सत्कार आ, उसदे गुरुद्वारा बनया हादा नारा। करैक्टर हर बंदियां च हैगे आ। जे लक्ष्मी बाई माता वो हिंदू सी, वो च करदा। मैं पहला बेनती की है अपने बच्चों को ये सिखाओ, असी किसी जात गोत नस्ल के दुश्मन नहीं है। गल जुल्म की सी भी जुल्म करने वाला कौन है अगे, वो कोई भी हो सकता है, वो कोई व्यक्ति भी हो सकता है। बंदा सिंह बहादुर जी कह लगे तो मेरा बच्चा है, तुसीं अपना भी लिया के मेरी गोद च पा दो, मैं तां भी गुनाह नहीं करांगा। बंदा सिंह बहादुर की गोद विचों बच्चा जलाद ने झपट मार के खोया। वाहिगुरू उस अजय सिंह का सिर धड़ नालों अलग किया गया, उसका कलेजा बाहर कढ़िया गया, बंदा सिंह बहादुर के मूँह च तुन्निया गया, निके निके टुकड़े करके अजय सिंह दी आंदरां बंदा सिंह बहादुर के गल विच पाईयां गईयां। बंदा सिंह बहादुर की सब तो पहला जलाद ने सज्जी अख कढ़ी, फिर खब्बी अख कढ़ी, जमूरा नाल मास नोचिया गया, मास खिंचिया गया, पर उस सिदक की मूरत ते जलाद उन्होंने कहता बंदा सिंह बहादुर जिन्नी कि मैं हिस्टरी पढ़ी, जिन्ना कि मैं इतिहास जानता, मैनू पता लगा भी यार कदी तेरे को हिरन मरी सी ते तू वैरागी बन गया। वो यार अज तो तेरे बच्चे का दिल कढ़ के तेरे मूँह च पा रहे हैं, तेनों कुछ नहीं हो रहा। तो बंदा सिंह बहादुर ने आख्या उदों मैं सिख किसी कच्चे का सी, उदों मैनू सिक्ख्या देने वाला कोई कच्चा गुरु सी। अज तो मैं सिदक की मूरत उस गुरु जिस गुरु ने साढ़े बदले अपने 4 साहबजादियां चों एक का संस्कार भी अपने हत्थीं नहीं किया। मैं उस गुरु का पुत्र, उस गुरु की विचारा तो इहो जे गुरु के प्यार तो हज़ारां इहो जिहियां जिंदगियां कुर्बान कीतियां जा सकदियां ने। वो किरदार है, वो करैक्टर है बंदा सिंह बहादुर का, जिसने एक बार सिख राज स्थापित करके रख दिता। 70 च पैदा होया, 1670 च ते 1716 नूं 25 जून मूल नानकशाही कैलेंडर मुताबक यानी कि अज के दिन बंदा सिंह बहादुर अपने साहबजादे दे नाल अते अनेकां होर गुरु के प्यारे सिखां नाल सदा लई शहादत दा जाम पी जांदे ने। प्यारिओ अपने ऐसे पुरखियां नूं याद करिए, अपने बच्चे बच्चियां नूं दसो। जे अगलियां दे कुछ इतिहासक दिन ने वो अपने अज जदों 22 दसंबर तो लैके 28-29 दसंबर के दिन आउंदे आ ना, उहदे विच एक 25 दसंबर आउंदा, तुहानूं पता वो की है, तुसीं जिन्हां च रहिंदे हो क्रिसमस डे मनाउंदे हो ना, मैसेज तुहानूं भेजदे, तुसीं उहनां नूं भेजदे जे। एक काम होर करिया करो, ठीक है रिसीव करो उन्हां दे मैसेज, क्योंकि आपां भी उन्हां विच रहिंदे आ, पर 22 दसंबर नूं एक तुसीं भी मैसेज टैप करिया करो, लिखिया करो कि आ जिहड़े दिन वा साहबजादियां दे शहीदी दिन वा, इन्हां दिनां दे विच साडे गुरु पातशाही दे साहबजादे जिद्दन दुन्ना सिंह हंडूरिया लिखदा है साहबजादियां नूं गंगू ब्राह्मण अपने घर लैके जांदा ना, पता किहड़ा भोजन रखिया सी, सो ऐसी रोटी कर लियाओ हमरे काग ना कूकर खाओ। कवि दुन्ना सिंह हंडूरिया समकाली है, वो नाल नाल आउंदा सी, गुरु साहब ने उसकी ड्यूटी लाई सी दुन्ना सिंह
तू सारी घटना नूं कलमबंद करना। वो कहता सो ऐसी रोटी कर लियाओ हमरे काग ना कुकर खाओ। इहो जी रोटी साहबजादियां अगे परोस के रखी, साडे घर दे कां ते कुत्ते भी वो रोटी ना खाण। ते असीं उस गुरु दे बच्चे हाँ। निक्की निक्की गल ते अपने गुरु नूं बिदावा ना लिख के दो, कह दादा दुख आवे सुख आवे मैं तेरा दर छड्ड के ना जावां। अज उस महान सिदक दी मूरत नूं आपां सिजदा करके बैठे हाँ, जिन्हें अपने जिगर दे टोटे दा दिल कढ़वा के मूँह च पवा लिया, पर अपने गुरु नूं बिदावा नहीं दिता। वापस परतिए तुसी डॉलर कमाओ, पाउंड कमाओ, सोना चांदी कोल होवे, घर हीरे जवाहरात होण, पर अपने बच्चों नूं सिੱਖੀ बारे जरूर दसो। सिੱਖੀ की चीज़ है, सिੱਖੀ सिद्धांत की है, सिੱਖੀ प्यार की है। ये गल्लां अपने बच्चों दसो। कभी समा हुंदा सी 20-22 दसंबर तो जाने कि 15 दसंबर तो लैके 31 दसंबर तक ये 15 दिन कोई सिख परिवार अपने घर च पुत्र धी दा आनंद कारज नहीं सी करदा, कोई मकान दा महूर्त नहीं सी करदा, कोई उन्हां दिनां च किसी दा जन्मदिन आउणा ना कहना वो किहड़े मूँह नाल मैं बधाई देवां यार एक दूजे नूं, किहड़े मूँह नाल मैं काम नहीं कर सकदा। तो सच्ची गल है। तो इस करके साहबजादे नूं शहीदी दिन आउंदे ने, अपने बच्चे नूं इस हिस्टरी बारे दस्सिया करो, कौम बारे दस्सिया करो, किड्डा वड्डा महान विरसा है साडा। अड़े 2 पैरे असीं बोल के जाने, जिन्हां ਸਿੰਘਾਂ ਸਿੰਘਣੀਆਂ धर्म हेठ सी दिते, बंद कटाए, खोपरियां लुहाइयां, चरखियां ते चढ़े, आर्यां नाल चिराए गए, गुरुद्वारियां दी सेवा लई कुर्बानियां कीतियां, पर धर्म नहीं हारिया। अज धर्म हार के बैठे हैं, बाकी सब कुछ कोल हैगा, सारा कुछ बंदे दे कोल है, पर धर्म नहीं रहा। आओ ये धर्म कितों बाहरों नहीं आना, साडे विचों पैदा होना। कदी मावां दसदियां हुंदियां सी सब तो पहला टीचर माँ है। मैं इत्थे अमेरिका के जंपल बच्चे वेखे ने, पंजाब के बच्चों नालों वधिया पंजाबी बोलते हैं। वो सिरा जाता माँ नूं, वो सिरा जाता दादा जी नूं, वो सिरा जाता दादी जी नूं, घर के परिवार के मैंबरां नूं। आओ जदों जागीए उदों सवेरा अपने बच्चिआं नाल पंजाबी च गल करिए, उन्होंने मुढ़ली सिक्ख्या दईए, चंगे संस्कार दईए। मैं उन्होंने गुरुद्वारा साहिब दीआं प्रबंधक कमेटियां का भी धन्नवाद करदा, जिहड़े कैंप लाउंदे ने, जिहड़े बच्चिआं दीआं पंजाबी क्लासां लाउंदे ने, क्योंकि जिथे भी बैठे हो ना तुसीं, जिथे भी तुसीं बैठे हो, अपने बच्चिआं नूं धुरे ना जोड़ो। मन तू जोत स्वरूप है अपना मूल पछाण, मन हर जी तेरे नाल है, गुरमती रंग मान। तो ये चेता रखना, गुरु की मत, गुरु का उपदेश ये अपनी जिंदगी में वसाइए, गुरु का सिद्धांत अपनी जिंदगी में वसाइए। तो इहो जिहड़े पुरखे जिन्हां साडे लई कुर्बानियां कीतियां, बड़ी लंबी चाल है। अगलियां ने तो सानू संप्रदायां नाल, डेरेदारां नाल जोड़न वास्ते, मैं पिछले दिन एक बेनती की ना, सारे कहते जी आपां कट्ठे होइए, कट्ठे होइए। कट्ठे होण दा इक्को साडा मापदंड है, एक पंथ, एक ग्रंथ, एक मर्यादा। अकाल तख्त वालों प्रवान सिख रहत मर्यादा, जो 1931-32 तो लैके 45 तक उहदे ते विचार गोष्ठियां होईयां। वो किहड़े महान बंदे जिन्हां ने किनियां बैठकां कीतियां, फिर जाके मर्यादा जिहड़ी है वो झंडे हेठ लिया के सारिਆਂ ਨੂੰ कहा भी आओ आपां इकट्ठे होइए। अज तो हर संप्रदा की, हर डेरेदार की अपनी अपनी मर्यादा है। ये तो साडा फर्ज बनता कि अपने बच्चों ਨੂੰ, कई पुछते हैं जी मर्यादा की लोड़ है। जो देश बनता उसका कोई संविधान होंदा है, उसका कोई नेम होंदा है। तुसीं कोई कंट्री नूं भी चलाउणा उसदे संविधान नाल चलदी है। तो ये गुरु है, ये भी संविधान है, मर्यादा है, नेम है कि असीं गुरु की बाणी किद्दां पढ़नी, सहज पाठ किवें करना है, सरूप गुरुद्वारे तुसीं घर लैके जाना है, किद्दां लैके जाना है। ये कल्ली कल्ली गल उस मर्यादा विच लिखी हुई है। तुसीं घर च सहज पाठ किवें करना है, तुसीं गुरबाणी किद्दां पढ़नी है, तुहाडे घर बच्चे का जन्म होवे उस वक्त की करना है, जो घर पुरानी चढ़ाई कर दिया उस वक्त किहड़े नियमां की पालना करनी है, अंगीठा संभालना है कि कल्ले कल्ले फुल जाके दरिया विच रोड़ के आउणे ने, वो कल्ली कल्ली गल लिखी हुई है। तो इस करके साडा सारियां दा फर्ज बनदा, आप पढ़िए, आप समझिए, आप विचारिए, एक पंथ, एक ग्रंथ, एक मर्यादा नूं अपनी जिंदगी का आधार बनाइए। इहो सानूं गुरु ने सिखाया सी। एक विच बड़ी वड्डी पावर है, बहुत वड्डी पावर है। तुसीं एक अंक लिख के ना नाल 0 लिखो 10 बन जाते हैं, 2 लिखो 100 बन जाता है, 3 लिखो 1000 बन जाता है, 4 लिखो तो 10,000 बन जाता है, 5 सिफर लिखिए तो लख बन जाता है। 5 सिफर लिखण तो बाद एक अंक उड़ा दिओ, सिफरां की कोई वैल्यू नहीं हैगी। वो एक जिहड़ा ना वो सिफरां की वैल्यू 10 गुणा वधाई जाता है। वो एक जिहड़ा मालक बापू सर्व व्यापक आ ना, वो साडे विच बैठा होया, एक अनेक व्यापक पूरक जत देखो तत सोई, माया चित्र विचित्र विमोहित विरला बुझै कोई, सब गोबिंद है, सब गोबिंद है, गोबिंद बिन नहीं कोई, सूत एक मन सत सहंस जैसे ओत पोत
कितनी प्यारी, इतों वड्डी फिलोसफी होएगी बाणी च किते, जिथे आख्या तू तेरे अंदर रब वसदा है, तेरे विच मालक बैठा, तेनों बाहर जाण दी किते लोड़ ही है नहीं। तो आओ अपने घरां दी खुद रिस्पैक्ट करो, वड्डियां दी रिस्पैक्ट करो, माँ बाप की इज्जत करो, दादा दादी घरां जदों बजुर्ग हुंदे आ ना उन्हां दी कदर करिया करो। मैं रात के दीवान च गल कही सी, दुहरा दिना, सरदार करम सिंह हिस्टोरीअन अपनियां लिखतां च लिखदे आ, जदों कोई नौजवान चढ़ाई करदा सी मैनूं दुख हुंदा सी, पर जदों कोई बजुर्ग चढ़ाई करदा सी उदों मैनूं हज़ारां गुणा वध दुख हुंदा सी। मैं कई रातां सौंदा नहीं सी। किसी ने कहा वो क्यों? कहंदे जे बजुर्ग 70-80 साल का दुनिया तो गया ना, वो कल्ला थोड़ा गया, वो 70-80 साल की हिस्टरी भी नाल लैके गया। तो अज साडे घरां च कोई बजुर्ग बैठा हो ना, पता कहंदे पता नहीं इन्हें कदों मंजी वेली करनी आ। उच्ची बोलो जी। अच्छा जे तो पेंशन आउंदी होवे फिर नहीं मेरे ख्याल मंजी वेली कराउंदे। मैं इंडिया वेखना हुन्ना, जे तो पेंशन बापू माता की आउंदी हो ना, उन्होंने फिर नवा धवा के नारियल का तेल ला के लैके जाते, ट्रैक्टर बस से गड्डी च बिठा के, तो मैनेजर भी प्रभाव, क्योंकि महीने बाद साल बाद हाजिरी लवानी पैंदी ना, बापू अजे हैगा वा। ਜਿਹੜੇ फौज च ਹੁੰਦੇ ਆ ਜਾਂ ਕੋਈ ਸਰਕਾਰੀ ਟੀਚਰ ਹੁੰਦੇ ਆ, ਉਹਨਾਂ ਦੀ ਪੈਨਸ਼ਨਾਂ ਆਉਂਦੀਆਂ। तो कई बार दो भैणां ਹੁੰਦੀਆਂ, एक वेही ਜਾਂਦੀ ਕਿਸੇ फौजी नाल, ਕਿਸੇ टीचर नाल, एक विचारी किसान नाल वेही ਜਾਂਦੀ। किसान की कितों पेंशन आउणी आ? हुण जेठ जदों ते फौजी वाल वेखदे आ, वो माँ की रिस्पैक्ट हुंदी, वो कहंदी भैणे तू किस्मत वाली आ, तेनों नौकरी वाला मिल गया, मैनू जिमीदार मिलिया बेचारा, वो चढ़ाई कर गया, न्याणे पुछदे कोई नहीं आ, तेनों तो फिर भी नवा दिंदियां तेरियां नूहां, सिर च गिरी का तेल ला दिंदियां। बजुर्गों की रिस्पैक्ट पैसे करके नहीं करनी, बजुर्गों की रिस्पैक्ट तां करनी भी उन्हां दी बदौलत मैं दुनिया वेखी है। माँ आई आ, प्यो आया वा, तां मैं दुनिया ते आया वां। ये केयर करनी है, ध्यान करना। मैं अज सवेरे पढ़ रहा सी, कई बार निक्कियां निक्कियां गल्लां तुहानूं कहंदे, एक बापू अपने पुत्र नाल जा रहा, तो प्यो ने अपने पुत नूं पुछया, पुत दुनिया तो सब तो वड्डा बंदा कौन आ? तो बच्चा पता क्या आंदा? आंदा सब तो वड्डा मेरा प्यो। उन्हें कहा पुत दुनिया ते सब तो वड्डा बंदा किहड़ा? कहंदा दुनिया ते सब तो वड्डा मेरा, सारे बोलो जी, सब तो वड्डा मेरा। कहंदा ठीक है। हौली हौली बच्चा पढ़ लिख के वड्डा अफसर बन गया। प्यो ने चेता रखिया भी भला वेखदा ये हुण भी कहंदा, हुण अफसर बन गया बाप, पुत ते अपने अहुदे ते बैठा, बाप उन्हूं मिलण चले गया। बाप मिलण गया, बाप ने हुण कुदरती गल सी, भावें अफसर सी, प्यो ते प्यो सी ना, प्यो जाके तो उहदी चेयर के पिछे खलो गया। चेयर के पिछे खलो के तो उहदे मोढे ते हत्थ रख के कहंदा, पुत्रा तू कदी आना हुंदा ही, मैं तैनूं पुछदा हुंदा सी सब तो वड्डा कौन? तू आना है मेरा प्यो। अज दस भला सब तो वड्डा कौन है? सब तो वड्डा कौन है? कहंदा मैं। हुण अज उन्हें मैं कहता, प्यो बेचारा नाराज जिहा हो गया, उन्हें कुर्सी तो हत्थ चुक्या, पेट तो हत्थ चुक्या, तो जो बाहर निकलिया ना, उहदी बाहर दरवाजे ते बाहर जाण लगा, फिर पुत ने आवाज़ मारी, कहंदा बापू हुण पुछ दुनिया ते सब तो वड्डा कौन आ? आंदा हुणे तो कह के हटिया तू कि मैं। आंदा नहीं हुण पुछ दोबारा। उन्हें दोबारा पूछा, कहंदा पुत दस दुनिया ते सब तो वड्डा कौन? कहंदा मेरा प्यो। कहंदा 5 मिनट पहलां तुसीं हुणे कह के हटिया भी मैं। कहंदा उदों मैं तां कहा सी, मेरे सिर ते हत्थ तुहाडा सी, तुसीं मेरे कोल खलोते सी, ते जिहदे सिर ते प्यो दा हत्थ होवे, वो दुनिया दे विच सब तो वड्डा हुंदा है। हुण तुसीं मेरे तो परां चले गए आ, हुण फिर तुसीं वड्डे आ, मैं नहीं वड्डा हैगा। हुण गल समझ आई कोई? प्यो दा हत्थ सिर ते होवे ना, बच्चा दुनिया ते सब तो वड्डा हो। ते जे प्यो दा हत्थ सिर तो चुके जावे, फिर भावें तेरा 50 दुनिया दे विच बिजनस होवे, तेरे वर्गा कंगाल बंदा कोई नहीं। प्यो दुनियावी भी ते ये भी। तू सांझा साहिब, गज के बोलो हुण, तू सांझा साहिब बाप हमारा। एक बार रल के पढ़ो जी। हाँ पूत तेरा तू बाप मेरा, हाँ पूत तेरा तू बाप मेरा। वाह वाह। एक ठाहर दुहां बसेरा, एक ठाहर दुहां बसेरा। वाह वाह। हुण इक्के घर च दोवें रहन लग पे आ, अगे वख वख सी, विच बंटवारा सी। एक ठाहर दुहां बसेरा, एक ठाहर दुहां बसेरा। वाह वाह। एको है भाई एको है, एको है भाई एको है।
साहिब मेरा एको है, साहिब मेरा एको है। वाह वाह। इक्का बाणी एक गोर, इक्का बाणी एक गोर, एको शब्द विचार, एको शब्द विचार। कोटान कोट शुकराना उस अकाल पुरख वाहिगुरू जी का, जिन्हां दी गोच बैठ के असी अपने वड्डियां नूं, अपने पुरखियां नूं, उस महान बादशाह नूं याद कीता है जिन्हें कदी जमीनां दे मालक बनाया है, जिन्हें सानू जमीनां दे मालक बनाया है। नहीं तो जमीन वाहण वाला मालक नहीं सी। ਜਿਹੜੇ ਜ਼ਮੀਨਾਂ ਦੇ ਮਾਲਕ बने बंदा सिंह बहादुर का उन्हें साथ दिता। आओ सारे जिथे भी बैठे हाँ अपने पुरखियां नूं याद करिया करिए, अपने वड वडेरियां नूं याद करिया करिए, तो गुरु की बाणी खुद पढ़िए, समझिए, विचारिए, चंगा बोलीए, चंगा दुनिया दे विच मैसेज दे के जाइए। जुबान माफ का टुकड़ा है, ये चंगा बोले तो इज्जत कराउंदी है, माड़े शब्द बोले जान तो कई बारी बनी इज्जत विगाड़ भी दिंदी है। तो इस करके साध संगत जी अपनी जिंदगी में चंगे गुण धारण करिए। सहज, संतोख, सबर, ये गुण सानू सतगुरु की बाणी सिखाउंदी है। खंडे की पौ लैके गुरु के पुत्र धीआं बन के अपना जीवन बतीत करिए। ये लोक सुखिए परलोक सुहेले, नानक हर प्रभ। एक बेनती मैं करा साध संगत जी, राती दीवान सज्जिया सी, सिर्फ 2 मिनट होर लेने ने। राती ना जो दीवान चल रहा सी तो भाई साहब विचार दे रहे सी कि इत्थे कोई पिछले दिनी कोई कथा विचार हुई तो बाबा भगत कबीर जी की साखी सुनाई गई। वो बड़ी मेरे दिल नूं गल टुंबी कि जदों साखी सुनाई गई भी भगत कबीर जी की धी का जदों विआह किया जाता है तो भगत कबीर जी घरों बाहर चले जाते हैं, घरों बाहर चले जाते हैं। तो बाद भाई साहब नूं बाहर जाके किसी ने पूछा जी फिर साखी चो सिੱਖਿਆ सानू की मिली? तो बड़ी प्यारी गल भाई साहब ने कही भी जदों तुहाडे घर भी पुत्र धी का विआह होवे उदों तुसीं भी घरों बाहर चल जा करो, रब ने अपने आप ही तुहाडे धीआं पुत्तां दे विआह कर देने ने। तो ये तो की सिੱਖਿਆ मिली साध संगत जी? भाई साहब ने जो विचार दी कि ये चेता रखना हर घटना हर साखी जिहड़ी तुहाडे परिवार समाज लागू नहीं हो सकती, इहदा मतलब वो गुरमत नहीं, वो मनमत है। जे भगत कबीर जी वर्गे खुद गृहस्थी ने, जे धीआं पुत्त उन्हां दे कोल ने ना, तो उन्हां दीआं जिम्मेवारियां भी भगत कबीर जी ने खुद निभाईआं ने। पर साडे दिमाग 'च इदां दीआं गल्लां पा दित्तियां गईआं भी परिवार छड्ड दिओ, घर छड्ड दिओ, ये जंजाल है, माँ बाप तां ये जंजाल है। ये जंजाल नहीं प्यारिओ, ये तो बड़ियां मिठियां चीज़ां ने। ये तो सेवा है समाज में रह के। जिहड़े लोग पहाड़ां दीआं कुंदरां जाके वस गए सी ना, उन्होंने खिच खिच के गुरु पातशाह लैके आए कि भाई विच दुनिया सेवक कमाई है तर दरगाह बैसन पाइए, बाहर जाण की लोड़ नहीं, गृहस्थ विच रह के गृहस्थ दीआं जिम्मेवारियां निभाउणियां ये गुरु कोलों सीखण की सानू जरूरत है। तो पातशाह ने तो एडा साडे ते बख्शिश भरे हाथ रखिया, सानू किते बाहर जाण की लोड़ नहीं। जोग ना भगवी कपड़ी, जोग ना मैले वेस, नानक घर बैठिया जोग पाइए, सतगुर कह उपदेश। गुरु के उपदेश नूं नाल समझ के तो घरे ही असीं रब की प्राप्ति कर लैनी आ, सानू किते बाहर जाण की लोड़ नहीं। कत जाइए रे घर लागो रंग, मेरा चित ना चलै मन भयो पंग, एक दिवस मन भयो मंग, घस चंदन चुआ बहु सुगंध, पूजन चाली ब्रह्म ठाए, सो ब्रह्म बतायो गुर मन ही माहे। पोतरा तैयार हो के चलिया तो दादा जी पुछते ने पुत्र पानी का गिलास दे दी, कित्थे चलिया? उन्हें आवाज़ मारी कि छोटी भैन नूं तुसीं पानी पिया दो। तो दादा जी ने पूछ लिया ये चलिया कित्थे आ? कहते छबील लगी बाहर पानी पियाउण चलिया। समझ आ गई भी घर दादे पानी मंगया तो कहता तुसीं पिया दो, मैं कित्थे चलिया? छबील लाउण चलिया भी तुसीं पिया दो, मैं बाहर छबील ते पिया आउणा। जिदन मैं घरे प्यो नूं पानी पियाउण लग पिया, घरे धी नूं मां नूं, मैं पहलां गिनती कीती सी सिख रहा तो मेरा पता की लिखिया गुरद्वारा सिੱਖਿਆ का सेंटर है। इत्थे मैं झाड़ू लाउणा, पोचा लाउणा, लंगर बनाउणे, लंगर वरताउणे सिੱਖਣੇ आ। लोड़ पै गई फिर मैं समाज कर जिवें एजुकेशन स्कूल चों सीखते हैं, वह फल मुड़ के कित्थे मिलता? कोई बैंक च मैनेजर बन जाता, कोई पुलिस अफसर बन जाता, कोई आर्मी का अफसर बन जाता। सिੱਖਿਆ स्कूल चों आ। गुरद्वारा सिੱਖਿਆ का सेंटर है। तुहानूं पता किसानी अंदोलन की जित का सब तो वड्डा कारण किहड़ा सी? क्योंकि जिहड़ी सेवा आपां कदी गुरद्वारे चों सिੱਖੀ सी ना, वो काम उत्थे सड़कों पर आई। जो साडे बंदे लंगर भी बनाउंदे सी, लंगर वरताउंदे भी सी, मैक के इंटरव्यूआं भी दिंदे सी, वो हैरान हो जाते सी यार इक्को बंदे च इन्ने गुण।
ਕਿਹਨੇ ਪੈਦਾ ਕੀਤੇ ਆ? ਤੇ ਕਿਹਾ ਜਾਂਦਾ ਸੀ ਸਾਡੇ ਗੁਰੂ ਨੇ ਪੈਦਾ ਕੀਤੇ ਨੇ। ਤੇ ਇਸ ਕਰਕੇ ਨਾ ਘਰੇ ਵੀ ਕਦੀ ਕਦੀ ਭਾਂਡਾ ਚੁੱਕ ਕੇ ਸਾਫ਼ ਕਰਨ 'ਚ ਕੋਈ ਹਰਜ ਨਹੀਂ ਆ। ਘਰੇ ਵੀ ਮਾੜੀ ਮੋੜ ਸਫਾਈ ਜਿਹੜੇ ਕਈ ਕਰਦੇ ਆ, ਮੇਰਾ ਸਿਰ ਝੁਕਦਾ ਉਹਨਾਂ ਵੀਰਾਂ ਅੱਗੇ। ਕਿਉਂਕਿ ਜੇ ਭੈਣਾਂ ਜੋਬ ਕਰਦੀਆਂ ਤੇ ਵੀਰ ਵੀ ਨਾਲ ਸਾਥ ਦਿੰਦੇ ਹੀ ਆ, ਤੇ ਸਾਨੂੰ ਦੇਣਾ ਵੀ ਚਾਹੀਦਾ, ਇਹ 'ਚ ਕੋਈ ਹਰਜ ਨਹੀਂ। ਜੇ ਭੈਣ ਕੰਮ ਕਰਦੀ ਹੈ ਨਾਲ ਸਾਨੂੰ ਹੈਲਪ ਕਰਾਉਣੀ ਚਾਹੀਦੀ ਆ। ਪਰ ਕਈ ਵਾਰੀ ਸਾਡਾ ਅਸੀਂ ਪੁਰਖ ਪ੍ਰਧਾਨ ਸਮਾਜ ਆ ਨਾ, ਸਾਨੂੰ ਆਦਤ ਹੁੰਦੀ ਆ, ਮੈਂ ਤਾਂ ਸਟੇਜਾਂ 'ਤੇ ਅਕਸਰ ਬੋਲਦਾ, ਬੰਦਾ ਬਾਹਰੋਂ ਭਾਵੇਂ ਕੁਛ ਨਾ ਕਰਕੇ ਆਇਆ ਹੋਵੇ ਨਾ, ਮੈਂ ਪੰਜਾਬ ਦੀ ਗੱਲ ਸੁਣਾਉਣ ਲੱਗਾ, ਇੱਥੇ ਆਪੇ ਜੋੜ ਲਿਓ ਹੁਣ। ਬੰਦਾ ਭਾਵੇਂ ਕਿਸੇ ਰੈਲੀ 'ਚੋਂ ਆਇਆ ਹੋਵੇ ਨਾ, ਉਹ ਆਉਂਦਾ ਆਸ ਲਾਉਂਦਾ ਵੀ ਮੈਨੂੰ ਪਾਣੀ ਦਾ ਗਲਾਸ ਕੋਈ ਫੜਾਵੇ, ਤੇ ਬੀਬੀ ਵਿਚਾਰੀ ਭਾਵੇਂ ਘਰ ਦਾ ਰਾਸ਼ਨ ਲੈ ਕੇ ਆਈ ਹੋਵੇ ਨਾ, ਉਹ ਆਪੇ ਟੂਟੀ ਤੋਂ ਪਾਣੀ ਦਾ ਗਲਾਸ ਪੀਂਦੀ ਆ। ਕੋਈ ਵਿਰਲਾ ਹੀ ਆ ਉਹਨੂੰ ਪਾਣੀ ਦਾ ਗਲਾਸ ਪਿਆਵੇ ਕਿ ਮੇਰੀ ਮਾਂ ਬਾਹਰੋਂ ਆਈ ਆ, ਯਾਰ ਮੇਰੀ ਪਤਨੀ ਬਾਹਰੋਂ ਆਈ ਆ। ਇਹ ਚੀਜ਼ਾਂ ਛੱਡੀਏ ਹੁਣ ਭੈਣਾਂ ਭਰਾਵਾਂ ਬੱਚੇ ਪੁੱਤਾਂ ਧੀਆਂ 'ਚ ਕੋਈ ਵੀ ਫਰਕ, ਉੱਚੀ ਬੋਲੋ ਭੈਣੋ, ਨਹੀਂ ਹੈਗਾ। ਤਾਂ ਇਹ ਚੀਜ਼ਾਂ ਨਾਲ ਰਿਸਪੈਕਟ ਵੱਧਦੀ ਆ, ਇੱਜ਼ਤ ਵੱਧਦੀ ਆ, ਇੱਕ ਦੂਜੇ ਦਾ ਦੁੱਖ ਸੁੱਖ ਸਮਝਣ ਦੀ ਜ਼ਰੂਰਤ ਵਾ, ਕੋਈ ਫਰਕ ਨਹੀਂ ਪੈਂਦਾ। ਆਓ ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਮੁੱਚਾ ਸਟਾਫ, ਸਤਿਕਾਰਯੋਗ ਹੈੱਡ ਗ੍ਰੰਥੀ ਸਾਹਿਬਾਨ, ਜਿੰਨੇ ਤੁਸੀਂ ਸੇਵਾਦਾਰ ਭੈਣ ਭਰਾ ਦੂਰਾਂ ਨੇੜਿਆਂ ਤੋਂ ਚੱਲ ਕੇ ਆਏ ਜੇ, ਲਗਾਤਾਰ ਵੀਰਵਾਰ ਤੋਂ ਲੈ ਕੇ ਅੱਜ ਤੱਕ ਦੀਵਾਨ ਦੀ ਸੇਵਾ ਨਿਭਾਉਂਦੇ ਆ। ਬੜੀਆਂ ਭੁੱਲਾਂ ਹੋਈਆਂ ਉਹ ਮੇਰੀਆਂ ਨੇ, ਜੇ ਕੋਈ ਸ਼ਬਦ ਚੰਗਾ ਲੱਗਾ ਮੇਰਾ ਨਹੀਂ, ਸਤਿਗੁਰ ਦਾ ਜਾਣ ਕੇ ਹਿਰਦੇ ਵਿੱਚ ਵਸਾਇਓ। ਸ਼ਬਦ ਮੈਂ ਪੜ੍ਹਿਆ ਸੀ ਪਰ ਉਹਦੀ ਵਿਚਾਰ ਏਡੀ ਛੇਤੀ ਨਹੀਂ ਸੀ ਹੋਣੀ, ਇਸ ਕਰਕੇ ਅੱਜ ਇਤਿਹਾਸਕ ਪੱਖ ਜ਼ਿਆਦਾ ਕਰ ਲਿਆ। ਫਿਰ ਕਿਤੇ ਸਮਾਂ ਬਣਿਆ ਤੇ ਤੁਹਾਡੇ ਨਾਲ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਸਾਰਿਆਂ ਦਾ ਧੰਨਵਾਦ। ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।